ਹੈਲੋ ਸਟੂਡੈਂਟਸ, ਨਿਊ ਹੋਰਾਈਜ਼ਨ ਅਕੈਡਮੀ ਦੀ ਇਹ ਵੀਡੀਓ ਕਰੰਟ ਅਫੇਅਰਸ ਨੂੰ ਲੈ ਕੇ ਹੈ ਕਿਉਂਕਿ ਗਵਰਨਮੈਂਟ ਐਗਜ਼ਾਮਸ ਦੇ ਜਿੰਨੇ ਵੀ ਟੈਸਟ ਹੁੰਦੇ ਆ ਉਹਨਾਂ ਦੇ ਵਿੱਚ ਜ਼ਿਆਦਾਤਰ ਕਰੰਟ ਅਫੇਅਰਸ ਦਾ ਵੀ ਇੱਕ ਮੇਜਰ ਪੋਰਸ਼ਨ ਕਵਰ ਹੁੰਦਾ ਹੈ। ਰੇਲਵੇਜ਼, ਐਸਐਸਸੀ, ਬੈਂਕਿੰਗ ਜਾਂ ਇਸ ਤੋਂ ਇਲਾਵਾ ਯੂਪੀਐਸਸੀ ਜਾਂ ਜਿੰਨੇ ਵੀ ਐਗਜ਼ਾਮਸ ਹੈਗੇ ਆ ਉਹਨਾਂ ਦੇ ਵਿੱਚ ਕਰੰਟ ਅਫੇਅਰਸ ਦਾ ਇੱਕ ਮੇਜਰ ਜਿਹੜਾ ਪਾਰਟ ਹੈ ਉਹ ਕਵਰ ਹੁੰਦਾ ਹੈ। ਤਾਂ ਹੁਣ ਤੋਂ ਡੇਲੀ ਨਿਊ ਹੋਰਾਈਜ਼ਨ ਅਕੈਡਮੀ ਤੁਹਾਨੂੰ ਜਿਹੜੇ ਡੇਲੀ ਕਰੰਟ ਅਫੇਅਰਸ ਹੈ ਉਹ ਕਵਰ ਕਰਵਾਇਆ ਕਰੂਗਾ। ਤੁਸੀਂ ਨਿਊ ਹੋਰਾਈਜ਼ਨ ਅਕੈਡਮੀ ਦੇ ਆਨਲਾਈਨ ਪਲੇਟਫਾਰਮ ਤੋਂ ਟੈਸਟ ਸੀਰੀਜ਼ ਵਗੈਰਾ ਵੀ ਲੈ ਸਕਦੇ ਹੋ ਐਂਡ ਕਰੰਟ ਅਫੇਅਰਸ ਦੀ ਵੀ ਪ੍ਰੈਪਰੇਸ਼ਨ ਕਰ ਸਕਦੇ ਹੋ। ਕਰੰਟ ਅਫੇਅਰਸ ਦੀ ਪ੍ਰੈਪਰੇਸ਼ਨ ਤੁਸੀਂ ਫ੍ਰੀ ਆਫ ਕਾਸਟ ਕਰ ਸਕਦੇ ਹੋ। ਉਸ ਤੋਂ ਇਲਾਵਾ ਕਿਸੇ ਵੀ ਪੇਪਰ ਦੀ ਤਿਆਰੀ ਕਰਨੀ ਹੈ ਤਾਂ ਉਹਦੇ ਲਈ ਤੁਸੀਂ ਪਰਚੇਜ਼ ਕਰਕੇ ਆਪਣੀ ਟੈਸਟ ਸੀਰੀਜ਼ ਲੈ ਸਕਦੇ ਹੋ। ਸੋ ਕਰੰਟ ਅਫੇਅਰਸ ਇਹ ਜਿਹੜੇ ਆ ਅਪ ਟਿਲ 23 ਆਫ ਅਕਤੂਬਰ ਕਵਰ ਕਰਦੇ ਪਏ ਸਾਰੇ ਮੇਜਰ ਪਾਰਟਸ। ਇਹਦੇ ਵਿੱਚ ਪਹਿਲਾ ਜਿਹੜਾ ਇਵੈਂਟ ਹੈ ਦੈਟ ਇਜ਼ ਯੂਨੀਅਨ ਮਿਨਿਸਟਰ ਨਿਤਿਨ ਗਡਕਰੀ ਨੇ 12th CII ਬਾਇਓ ਐਨਰਜੀ ਸਮਿਟ ਜੋ ਕਿ ਦਿੱਲੀ ਦੇ ਵਿੱਚ ਹੋਇਆ ਉਹਦੇ ਵਿੱਚ ਹਿੱਸਾ ਲਿਆ। 14 ਅਕਤੂਬਰ 2024 ਨੂੰ ਇਹ ਇਵੈਂਟ ਜਿਹੜੀ ਹੋਈ ਸੀ ਇਹਦੇ ਵਿੱਚ ਯੂਨੀਅਨ ਮਿਨਿਸਟਰ ਗਡਕਰੀ ਜੀ ਨੇ ਜੋ ਕਿ ਰੇਲ ਟਰਾਂਸਪੋਰਟ ਐਂਡ ਹਾਈਵੇਜ਼ ਦੇ ਆਪਣੇ ਮਿਨਿਸਟਰ ਹੈ ਉਹਨਾਂ ਨੇ ਇਹਦੇ ਵਿੱਚ ਪਾਰਟ ਲਿਆ। CII ਦੀ ਫੁੱਲ ਫਾਰਮ ਹੈਗੀ ਹੈ ਕਨਫੈਡਰੇਸ਼ਨ ਆਫ ਇੰਡੀਅਨ ਇੰਡਸਟਰੀ ਬਾਇਓ ਐਨਰਜੀ ਸਮਿਟ ਇਨ ਨਿਊ ਦਿੱਲੀ। ਹੁਣ ਇਸ ਸਮਿਟ ਦੇ ਵਿੱਚ ਕੀ ਹੋਇਆ, ਇੰਡੀਆ ਜੋ ਵੀ ਕੋਸ਼ਿਸ਼ ਕਰਦਾ ਪਿਆ ਬਾਇਓ ਐਨਰਜੀ ਦੇ ਵਿੱਚ ਮਤਲਬ ਫਿਊਲਸ ਜਿਹੜੇ ਆ ਉਹਨਾਂ ਦੇ ਵਿੱਚ ਜਿਹੜੇ ਫੋਸਿਲ ਫਿਊਲਸ ਹੈ ਉਹਨਾਂ ਨੂੰ ਵਧੀਆ ਜਿਹੜੇ ਬਾਇਓ ਫਿਊਲਸ ਹੈ ਉਹਦੇ ਨਾਲ ਰਿਪਲੇਸ ਕਰਨ ਦੇ ਲਈ ਪਾਰਟਿਕੂਲਰਲੀ ਇਥਨੋਲ ਬਲੈਂਡਿੰਗ ਦੇ ਨਾਲ। ਇਹਦਾ ਇਵੈਂਟ ਦਾ ਜਿਹੜਾ ਬੇਸਿਕ ਥੀਮ ਸੀ ਉਹ ਸੀਗਾ ਫਿਊਲਿੰਗ ਦ ਫਿਊਚਰ ਸਿਕਿਉਰਿੰਗ ਇੰਡੀਆਜ਼ ਗ੍ਰੀਨ ਗਰੋਥ ਗੋਲਸ। ਤਾਂ ਫਿਊਚਰ ਵਾਸਤੇ ਆਪਣੇ ਫਿਊਲਸ ਤਿਆਰ ਕਰਨਾ। ਹੁਣ ਇਹਦੇ ਵਿੱਚ ਕੀ ਹੋਇਆ, ਪਹਿਲਾਂ ਕਿਸੇ ਟਾਈਮ ਆਪਣੇ ਪੈਟਰੋਲ ਦੇ ਵਿੱਚ ਜਿਹੜਾ ਇਥਨੋਲ ਬਲੈਂਡਿੰਗ ਸੀ ਉਹ 1.53% ਸੀਗੀ 2014 ਦੇ ਵਿੱਚ, ਉਹਨੂੰ ਵਧਾ ਕੇ 2024 ਦੇ ਵਿੱਚ 15% ਤੱਕ ਲੈ ਕੇ ਆਏ। ਤੇ ਗਡਕਰੀ ਜੀ ਨੇ ਇਹ ਚੀਜ਼ ਕਹੀ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਇਹਨੂੰ 20% ਤੱਕ ਕੀਤਾ ਜਾਊਗਾ। ਤੇ ਗਵਰਨਮੈਂਟ ਸਟ੍ਰੈਟਜੀ ਦੇ ਅਕੋਰਡਿੰਗ ਇਸ ਚੀਜ਼ ਨੂੰ ਅੱਗੇ ਕੰਮ ਕੀਤਾ ਜਾਊਗਾ ਕਿ ਫਿਊਚਰ ਦੇ ਵਿੱਚ ਡੀਜ਼ਲ ਦੇ ਵਿੱਚ ਵੀ ਆਪਾਂ 15% ਇਥਨੋਲ ਜਿਹੜਾ ਉਹਨੂੰ ਐਡ ਕਰਾਂਗੇ। ਫਿਲਹਾਲ 400 ਦੇ ਨੇੜੇ ਇਥਨੋਲ ਪੰਪਸ ਅਲੱਗ-ਅਲੱਗ 4 ਸਟੇਟਸ ਦੇ ਵਿੱਚ ਵਰਕ ਕਰਦੇ ਪਏ ਹੈ, ਕਰਨਾਟਕਾ, ਤਾਮਿਲਨਾਡੂ, ਉੱਤਰ ਪ੍ਰਦੇਸ਼ ਤੇ ਮਹਾਰਾਸ਼ਟਰ ਦੇ ਵਿੱਚ। ਇਸ ਤੋਂ ਇਲਾਵਾ ਬਾਇਓ ਕੰਪਰੈਸਡ ਨੈਚੁਰਲ ਗੈਸ ਵੀ ਬਣਾਈ ਜਾਊਗੀ ਜੋ ਕਿਤੋਂ ਬਣਦੀ ਹੈ, ਰਾਈਸ ਸਟ੍ਰॉ ਤੋਂ ਬਣਦੀ ਹੈ ਐਂਡ ਇਹ 475 ਪ੍ਰੋਜੈਕਟਸ ਦੇ ਵਿੱਚ ਇਹਨੂੰ ਯੂਜ਼ ਕੀਤਾ ਜਾ ਰਿਹਾ ਹੈ। ਲਗਭਗ 40 ਦੇ ਨੇੜੇ ਆਪਰੇਸ਼ਨਲ ਸਾਈਟਸ ਹੈਗੀਆਂ ਇਹਦੀਆਂ ਜੋ ਕਿ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਤੇ ਕਰਨਾਟਕਾ ਦੇ ਵਿੱਚ। ਤਾਂ ਇੰਡੀਅਨ ਆਇਲ ਕਿੱਥੇ ਆਪਰੇਟ ਕਰਦਾ ਪਿਆ, ਇਥਨੋਲ ਪੰਪਸ ਆਪਰੇਟ ਕਰਦਾ ਪਿਆ ਕਰਨਾਟਕਾ, ਤਾਮਿਲਨਾਡੂ, ਉੱਤਰ ਪ੍ਰਦੇਸ਼ ਤੇ ਮਹਾਰਾਸ਼ਟਰ ਦੇ ਵਿੱਚ। ਉਸੇ ਤਰ੍ਹਾਂ CNG ਬਾਇਓ ਕੰਪਰੈਸਡ ਨੈਚੁਰਲ ਗੈਸ ਹੈ ਜਿਹੜੀ ਉਹਦੇ ਲਈ ਆਪਣੀ 475 ਦੇ ਨੇੜੇ ਪ੍ਰੋਜੈਕਟ ਅਲੱਗ-ਅਲੱਗ ਚੱਲਦੇ ਪਏ ਕਿੱਥੇ, ਪੰਜਾਬ, ਹਰਿਆਣਾ, ਵੈਸਟਰਨ, ਉੱਤਰ ਪ੍ਰਦੇਸ਼ ਐਂਡ ਕਰਨਾਟਕਾ ਦੇ ਵਿੱਚ। The conversion ratio of rice straw to CNG currently stands at 5:1 in tons। ਇਹਦਾ ਮਤਲਬ ਕੀ ਹੈ ਕਿ ਜਿਹੜਾ ਆਪਣਾ ਰਾਈਸ ਸਟ੍ਰॉ ਜਿਹੜਾ ਉਹਨਾਂ ਦਾ ਛਿਲਕਾ ਹੈ ਚੌਲਾਂ ਦਾ, ਉਹਦੇ 5 ਹਿੱਸੇ ਤੋਂ ਆਪਾਂ ਨੂੰ ਇੱਕ ਹਿੱਸਾ ਬਾਇਓਫਿਊਲ ਜਿਹੜਾ ਉਹ ਮਿਲ ਜਾਂਦਾ ਹੈ। ਫਰਦਰਮੋਰ ਰਿਸਰਚ ਨੇ ਸ਼ੋ ਕੀਤਾ ਹੈ ਕਿ ਇਹ ਜਿਹੜੀ ਬਾਇਓਮਾਸ ਸੋਰਸਸ ਹੈ ਇਹ ਐਫੀਸ਼ੀਐਂਟ ਹੈ ਐਂਡ ਆਉਣ ਵਾਲੇ ਟਾਈਮ ਦੇ ਵਿੱਚ ਟਰਾਂਸਪੋਰਟੇਸ਼ਨ ਦੇ ਵਿੱਚ ਯੂਜ਼ ਹੋਣਗੇ। ਉਸ ਤੋਂ ਅੱਗੇ ਉਹਨਾਂ ਨੇ ਇੰਡੀਅਨ ਆਇਲ ਦਾ ਜਿਹੜਾ ਪਾਨੀਪਤ ਪਲਾਂਟ ਹੈ ਉਹਦਾ ਜਿਹੜਾ ਕੰਟਰੀਬਿਊਸ਼ਨ ਉੱਤੇ ਵੀ ਗੱਲ ਕੀਤੀ ਐਂਡ ਉਹਨਾਂ ਨੇ ਕਿਹਾ ਕਿ ਇਟ ਇਜ਼ ਕਰੰਟਲੀ ਏਬਲ ਟੂ ਪ੍ਰੋਸੈਸ 1/5 ਆਫ ਦ ਐਗਰੀਕਲਚਰਲ ਵੇਸਟ। ਪਰਾਲੀ ਜਿਹਨੂੰ ਆਪਾਂ ਕਹਿੰਦੇ ਆ ਉਹਨੂੰ ਬਾਇਓਮਾਸ ਦੇ ਵਿੱਚ ਕਨਵਰਟ ਕਰ ਸਕਦਾ ਹੈ। ਇਹਦੇ ਨਾਲ ਕੀ ਹੋਊਗਾ, ਜਿਹੜੇ ਆਪਣੇ ਕਿਸਾਨ ਪਰਾਲੀ ਸਾੜਦੇ ਆ ਉਹਦਾ ਜਿਹੜਾ ਅਸਰ ਹੈ ਉਹ ਘਟ ਜਾਊਗਾ। ਰਿਸਰਚ ਬਾਈ ਦਾ ਸੈਂਟਰਲ ਰੋਡ ਰਿਸਰਚ ਇੰਸਟੀਟਿਊਟ CRRI on bitumen bioproduction will also help in reducing India's dependence on imported bitumen। bitumen ਇੱਕ ਕੋਲ ਦੀ ਟਾਈਪ ਹੈ ਜਿਹੜਾ ਆਪਣਾ ਅਲੱਗ-ਅਲੱਗ ਚੀਜ਼ਾਂ ਦੇ ਵਿੱਚ ਯੂਜ਼ ਹੁੰਦਾ ਹੋਊਗਾ। The aim is to reduce India's annual fossil fuel import worth rupees 22 lakh crore। 22 ਲੱਖ ਕਰੋੜ ਦਾ fossil fuel ਕੋਲ ਐਂਡ ਪੈਟਰੋਲੀਅਮ ਜਿਹੜਾ ਆਪਾਂ ਬਾਹਰੋਂ ਮੰਗਵਾਉਂਦੇ ਆ, ਇੰਪੋਰਟ ਕਰਦੇ ਆ, ਉਹਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਐਂਡ ਕਿਸਾਨਾਂ ਦਾ ਇਸ ਚੀਜ਼ ਦੇ ਵਿੱਚ ਰੋਲ ਵਧਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅੰਨਦਾਤਾ, ਊਰਜਾ ਦਾਤਾ ਤੇ ਇੰਧਨ ਦਾਤਾ। ਕਿਸਾਨ ਨੂੰ ਕਹਿੰਦੇ ਅੰਨਦਾਤਾ ਤੋਂ ਊਰਜਾ ਦਾਤਾ ਤੇ ਇੰਧਨ ਦਾਤਾ ਬਣਾਉਣਾ ਹੈ ਐਂਡ ਅਲਟੀਮੇਟਲੀ ਕਹਿੰਦੇ ਹਾਈਡਰੋਜਨ ਦਾਤਾ ਵੀ ਬਣਾਉਣਾ ਹੈ ਤਾਂ ਕਿ ਬਾਇਓਫਿਊਲ ਸੈਕਟਰ ਨੂੰ ਵਧਾਵਾ ਦਿੱਤਾ ਜਾ ਸਕੇ। ਹੁਣ CII ਬਾਰੇ ਕੁਝ ਇਨਫੋਰਮੇਸ਼ਨ। CII ਦੇ ਕਰੰਟ ਪ੍ਰੈਜ਼ੀਡੈਂਟ ਕੌਣ ਹੈ? ਸੰਜੀਵ ਪੁਰੀ। ਇਹਨਾਂ ਦੇ ਹੈੱਡਕੁਆਟਰ ਇਹਦਾ ਕਿੱਥੇ ਹੈ? ਨਿਊ ਦਿੱਲੀ, ਇੰਡੀਆ ਦੇ ਵਿੱਚ। ਇਹਦਾ ਫਾਊਂਡਿੰਗ ਕਦੋਂ ਹੋਈ ਸੀਗੀ, ਕਦੋਂ ਇਹਦਾ ਸਟਾਰਟਿੰਗ ਹੋਈ ਸੀ ਕੰਪਨੀ ਦੀ? 1895 ਦੇ ਵਿੱਚ। ਉਸ ਤੋਂ ਬਾਅਦ ਜਿਹੜਾ ਨੈਕਸਟ ਆਪਣੀ ਇਵੈਂਟ ਆਉਂਦੀ ਪਈ ਹੈ ਉਹ ਹੈਗੇ ਆਪਣੇ EAM ਐਕਸਟਰਨਲ ਅਫੇਅਰ ਮਿਨਿਸਟਰ
ਜੈਸ਼ੰਕਰ ਜੀ ਉਹਨਾਂ ਨੇ ਈ ਮਾਈਗ੍ਰੇਟ ਟੂ ਵੈਬ ਪੋਰਟਲ ਜਿਹੜਾ ਉਹ ਸਟਾਰਟ ਕੀਤਾ ਹੈ। ਇੱਕ ਤਰ੍ਹਾਂ ਦੀ ਮੋਬਾਈਲ ਐਪਲੀਕੇਸ਼ਨ ਹੈ ਫॉर ਸੇਫਰ ਗਲੋਬਲ ਮੋਬਿਲਿਟੀ। ਪੂਰੇ ਇੰਡੀਆ ਦੇ ਵਿੱਚ ਜਾਂ ਪੂਰੇ ਗਲੋਬ ਦੇ ਵਿੱਚ, ਪੂਰੀ ਦੁਨੀਆ ਦੇ ਵਿੱਚ ਕਿਤੇ ਵੀ ਮੂਵ ਕਰਨਾ ਹੈ ਤਾਂ ਉਹਦੇ ਲਈ ਇੱਕ ਵਧੀਆ ਆਪਸ਼ਨ ਹੈਗਾ। 14 ਅਕਤੂਬਰ 2024 ਨੂੰ ਹੀ ਯੂਨੀਅਨ ਮਿਨਿਸਟਰ ਡਾਕਟਰ ਜੈਸ਼ੰਕਰ ਨੇ, ਜੋ ਕਿ ਆਪਣੇ ਐਕਸਟਰਨਲ ਅਫੇਅਰਸ ਮਿਨਿਸਟਰ ਹੈ, ਤੇ ਯੂਨੀਅਨ ਮਿਨਿਸਟਰ ਮਨਸੁਖ ਮਾਂਡਵੀਆ ਨੇ ਜੋ ਕਿ ਲੇਬਰ ਐਂਡ ਏਮਪਲੋਇਮੈਂਟ ਦੇ ਮਿਨਿਸਟਰ ਹੈ, ਉਹਨਾਂ ਨੇ ਈ ਮਾਈਗ੍ਰੇਟ V2.0 ਨਾਮ ਦੇ ਵੈਬ ਪੋਰਟਲ ਤੇ ਮੋਬਾਈਲ ਐਪ ਨੂੰ ਸਟਾਰਟ ਕੀਤਾ ਹੈ ਐਟ ਸੁਸ਼ਮਾ ਸਵਰਾਜ ਭਵਨ, ਨਿਊ ਦਿੱਲੀ। This aims to ensure safe and more regulated overseas travel for Indian workers। ਤੇ ਜਿਹੜੇ ਵੀ ਇੰਡੀਆ ਦੇ ਲੋਕ ਜਿਹੜੇ ਕੰਮ ਦੇ ਲਈ ਬਾਹਰ ਜਾਂਦੇ ਆ, ਉਹਨਾਂ ਦੇ ਲਈ ਇੱਕ ਵਧੀਆ ਤਰੀਕਾ ਹੈਗਾ। This aligns Goal 10 of the United Nations 2030 Agenda for Sustainable Development, reduce inequality within and among countries। ਉਸ ਤੋਂ ਇਲਾਵਾ ਇਹਦੇ ਬਾਰੇ ਹੋਰ ਕੀ ਇਨਫੋਰਮੇਸ਼ਨ ਹੈਗੀ ਹੈ? V2.0 migrate V2.0 is updated version of e-migrate portal, ਜੋ ਕਿ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਦੁਆਰਾ 2014 ਦੇ ਵਿੱਚ ਬਣਾਇਆ ਗਿਆ ਸੀ। ਇਹ ਕੀ ਕਰੂਗਾ? ਇਟ ਐਨਹਾਂਸਸ ਦਾ ਅਰਲੀਅਰ ਵਰਜ਼ਨ। ਇਹਦੇ ਵਿੱਚ ਕੁਝ ਨਵੇਂ ਫੀਚਰਸ ਹੈ, ਜਿਵੇਂ ਕਿ ਜ਼ਿਆਦਾ ਟਰਾਂਸਪੇਰੈਂਸੀ, ਐਫੀਸ਼ੀਐਂਸੀ ਤੇ ਕਨਵੀਨੀਅੰਸ। ਮਤਲਬ ਜਿਹੜੇ ਯੂਜ਼ਰਸ ਆ ਉਹਨਾਂ ਨੂੰ ਇਹਨੂੰ ਵਰਤਣਾ ਆਸਾਨ ਹੈ। ਉਸ ਤੋਂ ਅੱਗੇ ਕੀ ਫੀਚਰਸ ਇਹਦੇ ਕੀ ਹੈ? ਅਪਗ੍ਰੇਡਡ ਪੋਰਟਲ ਦੇ ਵਿੱਚ 24/7 ਮਲਟੀਲਿੰਗੁਅਲ ਹੈਲਪਲਾਈਨ ਹੈ, ਮਤਲਬ ਕਿਸੇ ਵੀ ਭਾਸ਼ਾ ਦੇ ਵਿੱਚ ਜਿਹੜੇ ਮਾਈਗ੍ਰੈਂਟਸ ਆ ਉਹ ਗੱਲ ਕਰ ਸਕਣਗੇ। ਦੈਨ ਪੋਰਟਲ ਇੰਟੀਗ੍ਰੇਟਸ ਡਿਜੀਲੌਕਰ ਵੀ ਹੈਗਾ ਤਾਂ ਕਿ ਡਾਕੂਮੈਂਟਸ ਨੂੰ ਸਟੋਰ ਕੀਤਾ ਜਾ ਸਕੇ। ਇਸ ਪੋਰਟਲ ਦੇ ਵਿੱਚ ਓਪਰਚੁਨਿਟੀਜ਼ ਮਿਲਦੀਆਂ ਓਵਰਸੀਜ਼ ਏਮਪਲੋਇਮੈਂਟ ਦੀਆਂ, ਜਿਹਦੇ ਨਾਲ ਲੋਕ ਫੋਰਨ ਕੰਟਰੀਜ਼ ਦੇ ਵਿੱਚ ਵੀ ਜੌਬਸ ਲੱਭ ਸਕਣਗੇ। ਵਿਦ ਅ ਪਾਰਟਨਰਸ਼ਿਪ ਵਿਦ ਸਟੇਟ ਬੈਂਕ ਆਫ ਇੰਡੀਆ, ਇਹਦੀ ਸਟੇਟ ਬੈਂਕ ਆਫ ਇੰਡੀਆ ਦੇ ਨਾਲ ਪਾਰਟਨਰਸ਼ਿਪ ਹੈ। ਇਸ ਪੋਰਟਲ ਦੇ ਥਰੂ ਆਪਾਂ ਡਿਜੀਟਲ ਪੇਮੈਂਟ ਸਰਵਿਸਿਜ਼ ਕਰ ਸਕਦੇ ਹਾਂ ਵਿਦਆਊਟ ਐਨੀ ਟ੍ਰਾਂਜੈਕਸ਼ਨ ਕਾਸਟ। ਉਸ ਤੋਂ ਅੱਗੇ ਇਹ ਆਪਣੀ ਸੁਸਾਇਟੀ ਦੇ ਵਿੱਚ ਸੋਸ਼ਲ ਸਿਕਿਉਰਿਟੀ ਲੈ ਕੇ ਆਉਣ ਦੀ ਕੋਸ਼ਿਸ਼ ਕਰਕੇ ਇਹਨਾਂ ਨੇ ਇਹਨੂੰ ਸਟਾਰਟ ਕੀਤਾ। ਉਸ ਤੋਂ ਅੱਗੇ ਥਰੂ ਕੋਲੈਬੋਰੇਸ਼ਨ ਵਿਦ ਕਾਮਨ ਸਰਵਿਸਿਜ਼ ਸੈਂਟਰ, ਜਿੰਨੇ ਵੀ ਆਪਣੇ ਸੁਵਿਧਾ ਕੇਂਦਰ ਹੈਗੇ ਆ, ਲੋਕਲ ਸੁਵਿਧਾ ਕੇਂਦਰ, ਇਹਨਾਂ ਇਮੀਗ੍ਰੇਸ਼ਨ ਸਰਵਿਸਿਜ਼ ਨੂੰ ਪ੍ਰੋਵਾਈਡ ਕੀਤਾ ਜਾਊਗਾ ਲੋਕਲ ਏਰੀਆਜ਼, ਰੂਰਲ ਏਰੀਆਜ਼ ਦੇ ਵਿੱਚ। ਦੈਨ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ, ਉਹਦੇ ਵਿੱਚ ਆਪਣੇ ਯੂਨੀਅਨ ਮਿਨਿਸਟਰ ਕੌਣ ਹੈਗੇ ਆ? ਡਾਕਟਰ ਸੁਬਰਮਨੀਅਮ ਜੈਸ਼ੰਕਰ, ਜਿਹੜੇ ਕਿ ਰਾਜ ਸਭਾ ਦੇ ਮੈਂਬਰ ਹੈ ਗੁਜਰਾਤ ਤੋਂ। ਐਂਡ ਮਿਨਿਸਟਰ ਆਫ ਸਟੇਟ ਕੌਣ ਹੈ? ਕੀਰਤੀਵਰਧਨ ਸਿੰਘ, ਜੋ ਕਿ ਗੋਂਡਾ ਉੱਤਰ ਪ੍ਰਦੇਸ਼ ਤੋਂ ਹੈ। ਐਂਡ ਪਵਿੱਤਰ ਮਾਰਗਰੇਟਾ, ਜੋ ਕਿ ਅਸਾਮ ਤੋਂ ਹੈ। ਉਸ ਤੋਂ ਅੱਗੇ ਨਿਤਿਨ ਗਡਕਰੀ ਜੀ ਨੇ ਇੱਕ ਹੋਰ ਪਾਲਿਸੀ, ਹਮਸਫਰ ਪਾਲਿਸੀ ਜਿਹੜੀ ਉਹਨੂੰ ਅਨਵੀਲ ਕੀਤਾ ਹੈ, ਉਹਦੀ ਮਤਲਬ ਸ਼ੁਰੂਆਤ ਕੀਤੀ ਹੈ। It is for onboarding service providers for wayside amenities along the national highways। National highways ਦੇ ਰਸਤਿਆਂ ਦੇ ਵਿੱਚ ਤੁਹਾਨੂੰ ਸਰਵਿਸ ਪ੍ਰੋਵਾਈਡ ਕਰਨ ਦੇ ਲਈ ਇੱਕ ਸੁਵਿਧਾ ਜਿਹੜੀ ਨਵੀਂ ਸਟਾਰਟ ਹੋਈ ਹੈ। ਯੂਨੀਅਨ ਮਿਨਿਸਟਰ ਨਿਤਿਨ ਗਡਕਰੀ, ਮਿਨਿਸਟਰੀ ਆਫ ਰੋਡ ਟਰਾਂਸਪੋਰਟ ਐਂਡ ਹਾਈਵੇਜ਼ ਨੇ ਹਮਸਫਰ ਪਾਲਿਸੀ ਨਾਮ ਦੀ ਇੱਕ ਜਿਹੜੀ ਸਕੀਮ ਹੈ ਸਟਾਰਟ ਕੀਤੀ ਹੈ। ਇਹਦੇ ਵਿੱਚ ਕੀ ਹੈ? ਜਿਹੜੇ ਵੀ ਲੋਕ ਨੈਸ਼ਨਲ ਹਾਈਵੇਜ਼ ਨੂੰ ਯੂਜ਼ ਕਰਕੇ ਟਰੈਵਲ ਕਰਦੇ ਪਏ ਆ, ਉਹਨਾਂ ਨੂੰ ਸੁਵਿਧਾ ਦੇਣ ਦੇ ਲਈ ਇਸ ਚੀਜ਼ ਨੂੰ ਵਰਤਿਆ ਜਾਊਗਾ। ਐਂਡ ਐਕਸਲਰੇਟ ਦ ਡਿਵੈਲਪਮੈਂਟ ਆਫ ਵੇਸਾਈਡ ਅਮੈਨਿਟੀਜ਼ ਇਨ ਦ ਪ੍ਰੈਜ਼ੈਂਸ ਆਫ ਮਿਨਿਸਟਰ ਆਫ ਸਟੇਟ। ਤਾਂ ਜੋ ਵੀ ਸੜਕ ਦੇ ਨਾਲ ਨਾਲ ਜਿਹੜੀਆਂ ਸਹੂਲਤਾਂ ਉਹਨਾਂ ਨੂੰ ਇੰਪਰੂਵ ਕਰਨ ਦੇ ਲਈ, ਹੁਣ ਇਹਨਾਂ ਸਹੂਲਤਾਂ ਦੇ ਵਿੱਚ ਕੀ ਕੀ ਆਊਗਾ? ਕਲੀਨ ਟਾਇਲਟਸ, ਬੇਬੀ ਕੇਅਰ ਰੂਮਸ, ਵੀਲ ਚੇਅਰਸ, ਦੈਨ ਇਲੈਕਟ੍ਰਿਕ ਵਹੀਕਲ ਚਾਰਜਿੰਗ ਸਟੇਸ਼ਨ, ਪਾਰਕਿੰਗ ਸਪੇਸਿਸ, ਡੋਰਮਿਟਰੀ ਸਰਵਿਸਿਜ਼, ਜਿਵੇਂ ਕਮਰਿਆਂ 'ਚ ਰੂਮ ਵਗੈਰਾ ਰਹਿਣ ਲਈ, ਉਹ ਸਾਰਾ ਕੁਝ ਹਾਈਵੇਜ਼ ਦੇ ਨਾਲ ਨਾਲ ਤੁਹਾਨੂੰ ਮਿਲੂਗਾ। The policy is designed to establish a comprehensive framework that guarantees commuters access to standardized, well-maintained and hygienic facilities। ਤਾਂ ਵਧੀਆ ਫੈਸਿਲਿਟੀਜ਼ ਹਾਈਵੇ ਦੇ ਨਾਲ ਨਾਲ ਲੋਕਾਂ ਨੂੰ ਮਿਲਣਗੀਆਂ। ਇਹਦੇ ਨਾਲ ਹੀ ਉਹਨਾਂ ਨੇ ਐਪ ਦਿੱਤੀ ਹੈ ਰਾਜਮਾਰਗ ਯਾਤਰਾ, ਜਿਹਦੇ ਵਿੱਚ ਲੋਕ ਇਸ ਸਰਵਿਸ ਤੋਂ ਫਾਇਦਾ ਲੈ ਸਕਦੇ। ਉਸ ਤੋਂ ਅੱਗੇ ਨੈਕਸਟ, India extends first ever rupee denominated LOC. Mauritius gets 487.60 crores। Government of India has extended line of credit। Mauritius ਨੂੰ Government of India ਨੇ line of credit ਮਤਲਬ ਲੋਨ ਪ੍ਰੋਵਾਈਡ ਕੀਤਾ ਹੈ 487.60 ਕਰੋੜ ਦਾ। ਉਹ ਕਿਸ ਚੀਜ਼ ਲਈ? For financing of water pipeline replacement program। ਤਾਂ Mauritius ਦੇ ਵਿੱਚ ਵਾਟਰ ਪਾਈਪਲਾਈਨ ਰਿਪਲੇਸ ਕਰਨ ਦਾ ਇੱਕ ਜਿਹੜਾ ਪ੍ਰੋਗਰਾਮ ਹੈ, ਉਹਦੇ ਵਾਸਤੇ ਇੰਡੀਆ ਨੇ ਹੈਲਪ ਕੀਤੀ ਹੈ ਮੌਰੀਸ਼ੀਅਸ ਦੀ। The formal offer for project was made by Union Minister Jaishankar, ਇਹ ਆਪਣੇ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਐਂਡ ਗਵਰਨਮੈਂਟ ਆਫ ਇੰਡੀਆ ਟੂ ਮਨੀਸ਼ ਗੋਬਿੰਦ, ਮੌਰੀਸ਼ੀਅਨ ਅਟਾਰਨੀ ਜਨਰਲ। ਤਾਂ ਇਹਨਾਂ ਨੇ ਇੰਡੀਆ ਦੀ ਸਰਕਾਰ ਦੇ ਜਿਹੜੇ ਮਿਨਿਸਟਰਸ ਹੈ, ਉਹਨਾਂ ਨੇ ਮੌਰੀਸ਼ੀਅਸ ਦੀ ਸਰਕਾਰ ਦੇ ਜਿਹੜੇ ਮਿਨਿਸਟਰਸ ਹੈ, ਮਨੀਸ਼ ਗੋਬਿੰਦ,
ਜੋ ਕਿ ਉੱਥੋਂ ਦੇ ਮੌਰੀਸ਼ੀਅਨ ਅਟਾਰਨੀ ਜਨਰਲ ਹੈ ਐਂਡ ਐਗਰੋ ਇੰਡਸਟਰੀ ਦੇ ਮਿਨਿਸਟਰ ਹੈ, ਉਹਨਾਂ ਨੂੰ ਇਹ ਪ੍ਰਸਤਾਵ ਉਹਨਾਂ ਦੇ ਅੱਗੇ ਰੱਖਿਆ ਸੀਗਾ। ਇਹ ਜਿਹੜਾ ਪੈਸਾ ਹੈ ਸਟੇਟ ਬੈਂਕ ਆਫ ਇੰਡੀਆ ਪ੍ਰੋਵਾਈਡ ਕਰੂਗਾ। ਕੀ ਪੁਆਇੰਟਸ, ਇਹ ਪ੍ਰੋਜੈਕਟ ਜਿਹੜਾ ਲਗਭਗ 100 ਕਿਲੋਮੀਟਰ ਆਊਟਡੇਟਡ ਪਾਈਪਲਾਈਨਸ ਨੂੰ ਬਦਲਣ ਦੇ ਵਿੱਚ ਹੈਲਪ ਕਰੂਗਾ ਐਂਡ ਉੱਥੋਂ ਦੇ ਵਾਟਰ ਸਪਲਾਈ ਇਨਫਰਾਸਟ੍ਰਕਚਰ ਨੂੰ ਇੰਪਰੂਵ ਕਰਨ ਦੇ ਵਿੱਚ ਹੈਲਪ ਕਰੂਗਾ। ਅਬਾਊਟ ਲਾਈਨ ਆਫ ਕ੍ਰੈਡਿਟ, ਲਾਈਨ ਆਫ ਕ੍ਰੈਡਿਟ ਕੀ ਚੀਜ਼ ਹੈ? So the rupees denominated LOC is a shift from traditional dollar denominated LOC। ਤਾਂ ਪਹਿਲਾਂ ਆਪਾਂ ਡਾਲਰਸ ਦੇ ਵਿੱਚ ਹੈਲਪ ਕਰਦੇ ਸੀਗੇ, ਹੁਣ ਰੁਪੀਸ ਦੇ ਵਿੱਚ ਹੈਲਪ ਹੁੰਦੀ ਪਈ ਹੈ। ਇਟ ਸਪੋਰਟਸ ਬਾਇਲੇਟਰਲ ਟ੍ਰੇਡ, ਤਾਂ ਦੋਨੋਂ ਹੀ ਕੰਟਰੀਜ਼ ਦੇ ਵਿੱਚ ਬਾਇਲੇਟਰਲ ਟ੍ਰੇਡ ਦੇ ਨਾਲ ਵਾਧਾ ਹੈ। ਅਬਾਊਟ ਆਈਡੀਆਜ਼, ਆਈਡੀਆਜ਼ ਕੀ ਹੈ, ਉਹਦਾ ਨਾਮ ਇਹਨਾਂ ਨੇ ਆਲਰੇਡੀ ਉੱਪਰ ਲਿਖਿਆ ਸੀਗਾ। ਆਈਡੀਆਜ਼ ਨੂੰ ਫਾਰਮਲੀ ਇੰਡੀਆ ਡਿਵੈਲਪਮੈਂਟ ਇਨੀਸ਼ੀਏਟਿਵ ਕਹਿੰਦੇ ਸੀ। ਇਟ ਵਾਸ ਅੰਡਰ ਦਾ ਇਨੀਸ਼ੀਏਟਿਵ ਆਫ MEA, ਮਿਨਿਸਟਰੀ ਆਫ ਐਕਸਟਰਨਲ ਅਫੇਅਰਸ, ਐਂਡ ਇਹਦੇ ਵਿੱਚ ਆਪਾਂ ਲੋਨਸ ਪ੍ਰੋਵਾਈਡ ਕਰਦੇ ਸੀ ਇਨਫਰਾਸਟ੍ਰਕਚਰ ਐਂਡ ਸੋਸ਼ਲ ਡਿਵੈਲਪਮੈਂਟ ਪ੍ਰੋਜੈਕਟ ਦੇ ਅਕ੍ਰੋਸ ਆਲ ਏਸ਼ੀਆ। ਬਟ ਉਹਦੇ ਵਿੱਚ ਆਪਾਂ ਬੰਗਲਾਦੇਸ਼, ਨੇਪਾਲ ਜਾਂ ਭੂਟਾਨ ਨੂੰ ਕੋਈ ਹੈਲਪ ਪ੍ਰੋਵਾਈਡ ਨਹੀਂ ਕਰਦੇ। ਉਸ ਤੋਂ ਇਲਾਵਾ ਸਿੰਸ 2003-2004 ਗਵਰਨਮੈਂਟ ਆਫ ਇੰਡੀਆ ਹੈਜ਼ transitioned to offering LOC through export import bank of India, ਤਾਂ ਐਗਜ਼ਿਮ ਬੈਂਕ। ਹੁਣ ਉਸ ਤੋਂ ਬਾਅਦ 2003-2004 ਤੋਂ ਬਾਅਦ ਗਵਰਨਮੈਂਟ ਆਫ ਇੰਡੀਆ ਨੇ ਸਾਰੀਆਂ ਸਰਵਿਸਿਜ਼ ਜਿਹੜੀਆਂ ਲੋਨ ਵਗੈਰਾ ਦੀਆਂ ਪ੍ਰੋਵਾਈਡ ਕੀਤੀਆਂ ਐਗਜ਼ਿਮ ਬੈਂਕ ਦੇ ਥਰੂ। ਪ੍ਰਾਇਰ ਟੂ ਦਿਸ ਚੇਂਜ ਦ ਅਮਾਉਂਟ ਆਫ LOC was included in the budget। ਇਸ ਤੋਂ ਪਹਿਲਾਂ ਇਹ ਜਿਹੜਾ ਅਮਾਉਂਟ ਹੁੰਦਾ ਸੀ LOCs ਦਾ, ਇਹਨੂੰ ਬਜਟ ਦੇ ਵਿੱਚ ਇਨਕਲੂਡ ਕੀਤਾ ਜਾਂਦਾ ਸੀ। ਅਬਾਊਟ ਮੌਰੀਸ਼ੀਅਸ, ਮੌਰੀਸ਼ੀਅਸ ਦੇ ਪ੍ਰਧਾਨ ਮੰਤਰੀ ਪ੍ਰਾਈਮ ਮਿਨਿਸਟਰ ਜਿਹੜੇ ਹੈਗੇ ਉਹਨਾਂ ਦਾ ਨਾਮ ਹੈਗਾ ਪ੍ਰਵਿੰਦ ਜਗਨਾਥ, ਐਂਡ ਉੱਥੋਂ ਦੀ ਕੈਪੀਟਲ ਹੈਗੀ ਹੈ ਪੋਰਟ ਲੁਈਸ, ਐਂਡ ਉੱਥੋਂ ਦੀ ਕਰੰਸੀ ਹੈ ਮੌਰੀਸ਼ੀਅਨ ਰੂਪੀ। ਉਸ ਤੋਂ ਅਗਲੀ ਜਿਹੜੀ ਲੇਟੈਸਟ ਕਰੰਟ ਅਫੇਅਰ ਹੈ ਉਹਦੇ ਵਿੱਚ ਆਉਂਦਾ ਪਿਆ ਕਿ ਇੰਡੀਆ ਹੁਣ ਆਪਣੀ 6G ਰੇਸ ਜਿਹੜੀ ਉਹਦੇ ਵਿੱਚ ਕੰਮ ਕਰਦਾ ਪਿਆ। ਤਾਂ ਇੰਡੀਆ ਆਲਰੇਡੀ 5G ਇੰਡੀਆ ਦੇ ਵਿੱਚ ਸਟਾਰਟ ਹੋ ਚੁੱਕਿਆ ਹੈ, ਤਾਂ ਇੰਡੀਆ ਹੁਣ ਪੇਟੈਂਟ ਫਾਈਲ ਕਰਦਾ ਪਿਆ ਫॉर 6G। ਤਾਂ ਇੰਡੀਆ ਐਡਵਾਂਸਸ ਇਨ 6G ਰੇਸ, ਰੈਂਕਸ ਅਮੰਗ ਟੌਪ 6 ਇਨ ਗਲੋਬਲ ਪੇਟੈਂਟ ਫਾਈਲਿੰਗ। ਤਾਂ 6ਵੇਂ ਨੰਬਰ ਦੇ ਵਿੱਚ ਜਾਂ ਟੌਪ 6 ਕੰਟਰੀਜ਼ ਦੇ ਵਿੱਚ ਇੰਡੀਆ ਆ ਚੁੱਕਿਆ ਹੈ। This progress made by India is in alignment with ਪ੍ਰਧਾਨ ਮੰਤਰੀ's vision। ਪ੍ਰਾਈਮ ਮਿਨਿਸਟਰ ਦਾ ਜਿਹੜਾ ਵਿਜ਼ਨ ਹੈ ਉਹਦੇ in accordance to ਹੈ, ਐਂਡ ਆਪਾਂ 2030 ਤੱਕ 6G ਟੈਕਨੋਲੋਜੀ ਨੂੰ ਪ੍ਰੋਪਰਲੀ ਡਿਵੈਲਪ ਤੇ ਡਿਪਲੋਏ ਕਰ ਪਾਵਾਂਗੇ, ਮਤਲਬ ਉਹਨੂੰ ਯੂਜ਼ ਕਰ ਪਾਵਾਂਗੇ। ਇਹਦੇ ਮੇਜਰ ਇਸ ਚੀਜ਼ ਦੇ ਵਿੱਚੋਂ ਕੀ ਆਪਾਂ ਨੂੰ ਪੁਆਇੰਟਸ ਨਿਕਲਦੇ ਆ। ਅਕੋਰਡਿੰਗ ਟੂ ਦ ਅਫੀਸ਼ੀਅਲ ਡਾਟਾ, ਮੈਕਸਵੈਲ ਜੋ ਕਿ ਗਲੋਬਲ ਇੰਟੈਲੈਕਚੁਅਲ ਪ੍ਰਾਪਰਟੀ ਮੈਨੇਜਮੈਂਟ ਫਰਮ ਹੈ, ਇੰਡੀਆ ਨੂੰ ਉਹਨੇ 6th spot ਤੇ ਰੱਖਿਆ with 188 6G related patent। ਆਲਰੇਡੀ ਇੰਡੀਆ ਨੇ 188 ਪੇਟੈਂਟਸ ਜਿਹੜੇ 6G ਦੇ ਨਾਲ ਜੁੜੇ ਹੋਏ ਕਰਵਾਤੇ ਹੈ। ਚਾਈਨਾ ਹੈਜ਼ ਇਮਰਜਡ ਐਜ਼ ਅ ਟੌਪ ਪਲੇਅਰ। ਟੋਟਲ ਜਿਹੜੇ ਪੇਟੈਂਟਸ ਕਰਵਾਏ ਉਹਦੇ ਚ ਚਾਈਨਾ ਸਭ ਤੋਂ ਪਹਿਲੇ ਨੰਬਰ ਤੇ ਆਉਂਦਾ ਪਿਆ, ਦੂਸਰੇ ਨੰਬਰ ਤੇ USA ਆਉਂਦਾ ਪਿਆ, ਤੀਸਰੇ ਨੰਬਰ ਤੇ ਸਾਊਥ ਕੋਰੀਆ, ਚੌਥੇ ਤੇ ਜਾਪਾਨ, ਐਂਡ 5th ਤੇ ਯੂਰਪ। ਇੰਡੀਆ ਉਸ ਹਿਸਾਬ ਨਾਲ 6ਵੇਂ ਨੰਬਰ ਤੇ ਆਉਂਦਾ ਪਿਆ। India's ranking is significant in 6G patents as it has surpassed major economies like UK, Germany and Sweden and France। ਤਾਂ ਇੰਡੀਆ ਦੀ ਇਸ ਹਿਸਾਬ ਨਾਲ ਵਧੀਆ ਪਰਫਾਰਮੈਂਸ ਹੈ ਕਿਉਂਕਿ ਉਹਨੇ ਆਲਰੇਡੀ ਕਾਫੀ ਕੰਟਰੀਜ਼ ਜਿਹੜੀਆਂ ਵੱਡੀਆਂ ਕੰਟਰੀਜ਼ ਆ ਉਹਨਾਂ ਤੋਂ ਜ਼ਿਆਦਾ ਪੇਟੈਂਟਸ ਜਿਹੜੇ ਆ ਉਹ ਪ੍ਰੋਵਾਈਡ ਕਰ ਲਏ। Another analysis was made by UK based Uswitch, a price comparison platform for broadband and mobile services, and India ranked 4th position with 265 6G patents in April 2023। ਤਾਂ April 2023 ਦੇ ਵਿੱਚ ਪਿਛਲੇ ਸਾਲ ਇੰਡੀਆ ਨੇ ਟੋਟਲ 265 6G ਜਿਹੜੇ ਪੇਟੈਂਟਸ ਆ ਉਹ ਕਰਵਾਏ ਸੀ। ਉਸ ਟਾਈਮ ਵੀ ਚਾਈਨਾ ਪਹਿਲੇ ਨੰਬਰ ਤੇ ਸੀ, USA ਦੂਸਰੇ ਨੰਬਰ ਤੇ, ਐਂਡ ਸਾਊਥ ਕੋਰੀਆ ਤੀਸਰੇ ਨੰਬਰ ਤੇ। 6G ਟੈਕਨੋਲੋਜੀ ਬਾਰੇ ਕੁਝ ਇੰਪੋਰਟੈਂਟ ਪੁਆਇੰਟਸ। ਤਾਂ ਕਰੰਟਲੀ ਗਵਰਨਮੈਂਟ ਆਫ ਇੰਡੀਆ 470 ਪ੍ਰਪੋਜ਼ਲਸ ਤੇ ਵਰਕ ਕਰਦੀ ਪਈ ਹੈ ਜੋ ਕਿ 6G ਇਕੋਸਿਸਟਮ ਨੂੰ ਡਿਵੈਲਪ ਕਰਨ ਦੇ ਵਿੱਚ ਹੈਲਪ ਕਰਨਗੇ। ਇੰਡੀਆ ਦਾ ਜਿਹੜਾ 6G ਵਿਜ਼ਨ ਹੈ ਉਹਦਾ ਨਾਮ ਰੱਖਿਆ ਹੈ ਭਾਰਤ 6G ਵਿਜ਼ਨ। ਡਿਪਾਰਟਮੈਂਟ ਆਫ ਟੈਲੀਕਮਿਊਨੀਕੇਸ਼ਨ ਤੇ ਮਿਨਿਸਟਰੀ ਆਫ ਕਮਿਊਨੀਕੇਸ਼ਨ ਨੇ ਇਹਨਾਂ ਨੂੰ ਫੰਡਿੰਗ ਦਿੱਤੀ ਹੋਈ ਹੈ। ਐਜ਼ ਪਰ ਦ ਪ੍ਰੋਜੈਕਸ਼ਨਸ ਮੇਡ ਬਾਈ ਗਵਰਨਮੈਂਟ ਆਫ ਇੰਡੀਆ ਲੈਡ ਪੈਨਲ, ਇੰਡੀਆ 10% ਸ਼ੇਅਰ ਆਪਣੇ 6G ਪੇਟੈਂਟਸ ਦਾ 1/6 ਕੰਟਰੀਬਿਊਸ਼ਨ ਅਗਲੇ 3 ਸਾਲਾਂ ਦੇ ਵਿੱਚ ਕਰ ਪਾਊਗਾ। GOI has launched various initiatives promoting 6G technology in India। ਉਸ ਤੋਂ ਇਲਾਵਾ the World Telecommunication Standards Assembly WTSA 2024 ਜਿਹੜੀ ਉਹਨੂੰ ਦਿੱਲੀ ਦੇ ਵਿੱਚ ਕਰਵਾਇਆ ਜਾਊਗਾ 14 ਅਕਤੂਬਰ ਤੋਂ ਲੈ ਕੇ 24 ਅਕਤੂਬਰ ਤੱਕ। ਦੈਟ ਮੀਨਸ ਅੱਜ ਦੇ ਟਾਈਮ 'ਚ ਇਹ ਆਲਰੇਡੀ ਕਨਕਲੂਡ ਹੋ ਚੁੱਕੀ ਹੋਊਗੀ।
ਉਸ ਤੋਂ ਅੱਗੇ ਨੈਕਸਟ ਆਪਣਾ ਆਉਂਦਾ ਪਿਆ ਇੰਡੀਆ ਐਂਡ UAE ਟੂ ਇੰਟਰਲਿੰਕ UPI ਐਂਡ AANI ਫॉर ਸੀਮਲੈਸ ਕ੍ਰਾਸ ਬਾਰਡਰ ਟ੍ਰਾਂਜੈਕਸ਼ਨ। ਤਾਂ ਜਿੱਦਾਂ ਇੰਡੀਆ ਦੇ ਵਿੱਚ UPI ਗੂਗਲ ਪੇ ਵਗੈਰਾ ਚੱਲਦੇ ਆ, ਉਦਾਂ ਹੀ ਯੂਨਾਈਟਿਡ ਅਰਬ ਦੇ ਵਿੱਚ ਵੀ ਇਹ ਆਨਲਾਈਨ ਟ੍ਰਾਂਜੈਕਸ਼ਨਸ ਜਿਹੜੀਆਂ ਚੱਲਣੀਆਂ ਸ਼ੁਰੂ ਹੋ ਗਈਆਂ। ਐਂਡ ਇਹਨਾਂ ਦੋਨਾਂ ਦੇ ਵਿੱਚ ਉਹ ਕਹਿੰਦੇ ਕਿ ਇੰਟਰਲਿੰਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਕਿ ਜਿਹੜੀਆਂ ਇੰਡੀਆ ਤੋਂ ਅਰਬ ਕੰਟਰੀਜ਼ ਦੇ ਵਿੱਚ ਪੇਮੈਂਟਸ ਜਾਂਦੀਆਂ ਉਹ ਸੀਮਲੈਸਲੀ ਮਤਲਬ ਬਿਨਾਂ ਕਿਸੇ ਰੁਕਾਵਟ ਦੇ ਜਾ ਸਕਣ। The government of India and UAE are working on interlinking India's unified payment interface UPI। ਇਹ ਪਹਿਲਾਂ ਐਗਜ਼ਾਮਸ ਦੇ ਵਿੱਚ ਆ ਚੁੱਕਿਆ ਹੈ। SSC ਐਗਜ਼ਾਮ ਦੇ ਵਿੱਚ ਡਾਇਰੈਕਟ ਕੁਐਸਚਨ ਸੀ ਕਿ UPI ਦੀ ਜਿਹੜੀ ਡੈਫੀਨੇਸ਼ਨ ਹੈ ਉਹ ਦੱਸੋ। ਉਸ ਤੋਂ ਅੱਗੇ ਤਾਂ ਇੰਡੀਆ ਦਾ ਜਿਹੜਾ ਪੇਮੈਂਟ ਮੈਥਡ ਹੈ ਉਹ UPI ਹੈ ਐਂਡ UAE ਦਾ ਜਿਹੜਾ ਹੈਗਾ ਉਹ AANI ਹੈ। ਤਾਂ ਦੋਨੋਂ ਕੰਟਰੀਜ਼ ਆਪਸ ਚ ਰਲ ਕੇ ਕੰਮ ਕਰਦੀਆਂ ਪਈਆਂ ਤਾਂ ਕਿ ਜਿਹੜੇ ਆਪਣੀ ਪੇਮੈਂਟ ਮੈਥਡਸ ਆ ਉਹ ਈਜ਼ੀ ਹੋ ਜਾਣ। It will benefit over 3 million Indians residing in UAE ਤਾਂ ਕਿ 3 ਮਿਲੀਅਨ ਲੋਕਾਂ ਨੂੰ 3 ਮਿਲੀਅਨ ਇੰਡੀਅਨਸ ਜੋ ਕਿ UAE ਦੇ ਵਿੱਚ ਰਹਿੰਦੇ ਉਹਨਾਂ ਨੂੰ ਇਹਦੀ ਹੈਲਪ ਮਿਲੂਗੀ। ਐਂਡ ਉਸ ਦੇ ਨਾਲ ਇਹ 12ਵੀਂ ਮੀਟਿੰਗ ਦੇ ਵਿੱਚ ਇਹ ਚੀਜ਼ ਤੇ ਡਿਸਕਸ਼ਨ ਹੋਈ ਐਂਡ ਇੱਕ ਹਾਈ ਲੈਵਲ ਜੁਆਇੰਟ ਟਾਸਕ ਫੋਰਸ ਬਣਾਈ ਗਈ ਤਾਂ ਕਿ ਇਸ ਚੀਜ਼ ਤੇ ਕੰਮ ਕੀਤਾ ਜਾ ਸਕੇ। ਉਹ ਕਿੱਥੇ ਹੋਇਆ? ਬੰਬੇ, ਮਹਾਰਾਸ਼ਟਰ ਦੇ ਵਿੱਚ। The meeting was chaired by Union Minister Piyush Goyal, ਉਹ ਆਪਣੇ ਕਾਮਰਸ ਐਂਡ ਇੰਡਸਟਰੀ ਦੇ ਮਿਨਿਸਟਰ ਹੈ। Government of India and His Highness Sheikh Hamid bin Zayed Al Nahyan, a managing director ਹੈਗੇ Abu Dhabi Investment Authority ਦੇ। Then ਉਸ ਤੋਂ ਅੱਗੇ the two government representatives also signed off on collaborating on a card payment service by utilizing resources of India's National Payment Corporation of India। The National Payment Corporation of India ਤਾਂ ਦੋਨੋਂ ਗਵਰਨਮੈਂਟਸ ਨੇ ਰਲ ਕੇ ਇੱਕ ਕਾਰਡ ਪੇਮੈਂਟ ਸਰਵਿਸ ਤੇ ਵੀ ਵਰਕ ਕਰਨ ਦੀ ਕੋਸ਼ਿਸ਼ ਮਤਲਬ ਗੱਲ ਕੀਤੀ ਹੈ ਜੋ ਕਿ NPCI ਦੇ ਥਰੂ ਵਰਕ ਕਰੂਗੀ। NPCI ਦੇ ਨਾਲ ਜੁੜਿਆ ਇਸ ਵਾਰ ਨਬਾਰਡ ਦੇ ਐਗਜ਼ਾਮ ਦੇ ਵਿੱਚ ਇੱਕ ਕੁਐਸਚਨ ਸੀਗਾ NPCI ਦੇ ਨਾਲ ਜੁੜਿਆ IBPS PO ਦੇ ਵਿੱਚ ਕੁਐਸਚਨ ਸੀਗਾ NPCI ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ। ਇਹਨਾਂ ਦੀ ਇੱਕ ਏਜੰਸੀ ਹੈ NBSL ਤਾਂ ਉਹਦੇ ਵਿੱਚ B ਦਾ ਕੀ ਫੁੱਲ ਫਾਰਮ ਹੈ ਉਹ ਪੁੱਛਿਆ ਗਿਆ ਸੀ। ਤਾਂ ਇਹ ਇੱਕ ਇੰਪੋਰਟੈਂਟ ਟੌਪਿਕ ਹੈਗਾ। ਤਾਂ ਉਸ ਦੇ ਨਾਲ ਹੀ ਕਹਿੰਦਾ ਜਿਹੜੀ ਆਪਣੀ ਕੋਲੈਬੋਰੇਸ਼ਨ ਹੋਊਗੀ ਉਹ ਹੋਊਗੀ NPCI ਦੀ ਕੋਲੈਬੋਰੇਸ਼ਨ ਹੋਊਗੀ UAE ਦੀ ਅਲ ਇਤਿਹਾਦ ਪੇਮੈਂਟਸ ਦੇ ਨਾਲ ਐਂਡ ਉਹ ਇੱਕ ਡੋਮੈਸਟਿਕ ਕਾਰਡ ਸਕੀਮ ਲੈ ਕੇ ਆਉਣਗੇ ਜਵਾਨ ਇਨ ਦਾ UAE। ਤਾਂ ਇਹ ਜਿਹੜੀ ਚੀਜ਼ ਹੈ ਇਹ ਇੰਪੋਰਟੈਂਟ ਹੈ। ਉਸ ਤੋਂ ਇਲਾਵਾ ਨੈਕਸਟ ਜਿਹੜਾ ਅਦਾਨੀ ਗਰੁੱਪ ਐਂਡ ਗੂਗਲ ਪਾਰਟਨਰਡ ਟੂ ਬੂਸਟ ਕਲੀਨ એનર્ਜੀ ਇਨ ਇੰਡੀਆ। ਤਾਂ ਅਦਾਨੀ ਗਰੁੱਪ ਗੂਗਲ ਦੇ ਨਾਲ ਰਲ ਕੇ ਕਲੀਨ એનર્ਜੀ ਨੂੰ ਹੋਰ ਵਧਾਵਾ ਦੇਣ ਲਈ ਵਰਕ ਕਰੂਗਾ। ਅਹਿਮਦਾਬਾਦ ਗੁਜਰਾਤ ਬੇਸਡ ਅਦਾਨੀ ਗਰੁੱਪ ਐਂਡ ਯੂਨਾਈਟਿਡ ਸਟੇਟਸ ਆਫ ਅਮਰੀਕਾ ਦੀ ਕੰਪਨੀ ਗੂਗਲ ਨੇ ਰਲ ਕੇ ਇੱਕ ਪਾਰਟਨਰਸ਼ਿਪ ਦੀ ਅਨਾਉਂਸਮੈਂਟ ਕੀਤੀ ਹੈ ਜਿਹਦੇ ਵਿੱਚ ਇੰਡੀਆ ਦੀ ਕਲੀਨ એનર્ਜੀ ਦੀ ਗਰੋਥ ਜਿਹੜੀ ਵਧਾਈ ਜਾਊਗੀ। ਇਸ ਪਾਰਟਨਰਸ਼ਿਪ ਦੇ ਵਿੱਚ ਅਦਾਨੀ ਜੀ ਦੀ ਕੰਪਨੀਆਂ ਜਿਹੜੀਆਂ ਅਦਾਨੀ ਜੀ ਦੀਆਂ ਕੰਪਨੀਆਂ ਆ ਉਹ ਰੀਨਿਊਏਬਲ એનર્ਜੀ ਸਪਲਾਈ ਕਰਨਗੇ from a new solar wind hybrid project। ਤਾਂ ਇੱਕ ਇਦਾਂ ਦਾ ਪ੍ਰੋਜੈਕਟ ਬਣੂਗਾ ਜਿਹਦੇ ਵਿੱਚ ਸੋਲਰ એનર્ਜੀ ਵੀ ਤੇ ਵਿੰਡ એનર્ਜੀ ਵੀ ਦੋਨੋਂ ਯੂਜ਼ ਹੋਣਗੇ। ਐਂਡ ਇਹ ਕਿੱਥੇ ਬਣੂਗਾ? ਇਟ ਵਿਲ ਟੇਕ ਪਲੇਸ ਇਨ ਵਿਲੇਜ ਇਨ ਅ ਪਲਾਂਟ ਲੋਕੇਟਡ ਇਨ ਖਾਵੜਾ ਗੁਜਰਾਤ। ਤਾਂ ਪ੍ਰੋਜੈਕਟ ਦਾ ਕੰਮ ਸ਼ੁਰੂ ਹੋ ਜਾਊਗਾ ਸਾਲ 2025 ਦੇ ਵਿੱਚ। ਇਸ ਇਨੀਸ਼ੀਏਟਿਵ ਦੇ ਵਿੱਚ ਗਰੁੱਪ ਦੀ ਸਟ੍ਰੈਟਜੀ ਕੀ ਹੈ? ਡੀਕਾਰਬਨਾਈਜ਼ ਇੰਡਸਟਰੀਜ਼ ਮਤਲਬ ਜਿਹੜੀਆਂ ਇੰਡਸਟਰੀਜ਼ ਕਾਰਬਨ ਡਾਈਆਕਸਾਈਡ ਵਗੈਰਾ ਜ਼ਿਆਦਾ ਕ੍ਰੀਏਟ ਕਰਦੀਆਂ ਉਹਨਾਂ ਨੂੰ ਡੀਕਾਰਬਨਾਈਜ਼ ਕਰਨ ਦੀ ਕੋਸ਼ਿਸ਼ ਕੀਤੀ ਜਾਊਗੀ। This collaboration will help Google to achieve its 24/7 carbon free energy goal। ਤਾਂ ਇਹਦੇ ਨਾਲ Google ਕੀ ਕਰੂਗਾ ਜਿਹੜੇ ਇਹਨਾਂ ਦੇ ਆਫਿਸਿਸ ਹੈ ਇਹਨਾਂ ਦੇ ਵਿੱਚ 24/7 ਮਤਲਬ 24 ਘੰਟੇ ਗ੍ਰੀਨ ਕਾਰਬਨ ਫ੍ਰੀ એનર્ਜੀ ਪ੍ਰੋਵਾਈਡ ਕਰੂਗਾ। Next, Paramesh Sivamani takes over as 26th Director General of ICG। ਤਾਂ ਜਿੰਨੇ ਵੀ ਆਪਣੇ ਆਰਮੀ ਦੇ ਨਾਲ ਜਾਂ ਡਿਫੈਂਸ ਦੇ ਨਾਲ ਰਿਲੇਟਡ ਐਗਜ਼ਾਮਸ ਹੈ SSC GD ਵਗੈਰਾ ਦੇ ਜਾਂ SSC ਦੇ ਐਗਜ਼ਾਮਸ ਹੈ ਉਹਨਾਂ ਦੇ ਵਿੱਚ ਡਿਫੈਂਸ ਦੇ ਨਾਲ ਜੁੜੇ ਕੁਐਸਚਨ ਅਕਸਰ ਆਉਂਦੇ। ਤਾਂ ਪਰਮੇਸ਼ ਸਿਵਾਮਨੀ ਆਪਣੇ ਇੰਡੀਅਨ ਕੋਸਟ ਗਾਰਡ ਦੇ 26th ਡਾਇਰੈਕਟਰ ਜਨਰਲ ਬਣੇ 16 ਅਕਤੂਬਰ 2024 ਨੂੰ। ਉਹਨਾਂ ਨੇ ਪਹਿਲਾਂ ਐਡੀਸ਼ਨਲ DG ਦਾ ਚਾਰਜ ਲਿਆ ਹੋਇਆ, ਪਹਿਲਾਂ ਐਡੀਸ਼ਨਲ ਡਾਇਰੈਕਟਰ ਜਨਰਲ ਸੀਗੇ ਐਂਡ ਹੁਣ ਉਹਨਾਂ ਨੇ ਡਾਇਰੈਕਟਰ ਜਨਰਲ ਦਾ ਚਾਰਜ ਲਿਆ ਅਗਸਤ 2024 ਤੋਂ ਆਫਟਰ ਦ ਡੈਥ ਆਫ ਦੈਨ DG ਰਾਕੇਸ਼ ਪਾਲ। ਤੇ ਜਿਹੜੇ ਆਪਣੇ ਪੁਰਾਣੇ ਡਾਇਰੈਕਟਰ ਜਨਰਲ ਸੀਗੇ ਇੰਡੀਅਨ ਕੋਸਟ ਗਾਰਡ ਦੇ ਉਹਨਾਂ ਦੀ ਡੈਥ ਅਗਸਤ ਦੇ ਵਿੱਚ ਹੋ ਗਈ ਸੀ। ਉਸ ਤੋਂ ਬਾਅਦ ਇਹ
ਪਹਿਲਾ ਐਡੀਸ਼ਨਲ ਚਾਰਜ ਇਹਨਾਂ ਨੇ ਲਿਆ ਸੀ। ਪਰਮੇਸ਼ ਸਿਵਾਮਨੀ ਹੈਜ਼ ਬੀਨ ਸਰਵਿੰਗ ਐਜ਼ ਦ ਐਡੀਸ਼ਨਲ ਡੀਜੀ ਆਫ ਆਈਸੀਜੀ ਸਿੰਸ ਸਪਟੈਂਬਰ 2022। ਤਾਂ 2022 ਸਤੰਬਰ ਤੋਂ ਆਲਰੇਡੀ ਇਹ ਇਸ ਚੀਜ਼ ਦੇ ਵਿੱਚ ਐਜ਼ ਐਨ ਐਡੀਸ਼ਨਲ ਡਾਇਰੈਕਟਰ ਜਨਰਲ ਕੰਮ ਕਰਦੇ ਪਏ ਸੀ। ਪਰਮੇਸ਼ ਸਿਵਾਮਨੀ ਹੈਜ਼ ਕਮਾਂਡਡ ਆਲ ਮੇਜਰ ਵੈਸਲਸ ਆਫ ਦ ਆਈਸੀਜੀ ਇੰਕਲੂਡਿੰਗ ਐਡਵਾਂਸਡ ਆਫਸ਼ੋਰ ਪੈਟਰੋਲ ਵੈਸਲ OPV Summer and OPV Vishwast and also led the Eastern and Western Coast Guard regions। ਤਾਂ ਇਹ ਇਹਨਾਂ ਨੇ ਆਲਰੇਡੀ ਆ ਜਿਹੜੇ ਆਪਣੇ ਆਫਸ਼ੋਰ ਪੈਟਰੋਲ ਵਹੀਕਲਸ ਹੈਗੇ ਆ ਵੈਸਲਸ ਹੈਗੇ ਆ ਇਹਨਾਂ ਦੀ ਕਮਾਂਡਿੰਗ ਕੀਤੀ ਹੋਈ ਹੈ। ਹੀ ਇਜ਼ ਰਿਗਾਰਡਡ ਐਜ਼ ਸਪੈਸ਼ਲਿਸਟ ਇਨ ਨੈਵੀਗੇਸ਼ਨ ਐਂਡ ਡਾਇਰੈਕਸ਼ਨ। ਉਹਨਾਂ ਨੂੰ ਕਿਹੜੇ ਕਿਹੜੇ ਮੈਡਲ ਮਿਲੇ ਹੋਏ ਆ? ਤਟਰਕਸ਼ਕ ਮੈਡਲ 2014 ਦੇ ਵਿੱਚ, ਪ੍ਰੈਜ਼ੀਡੈਂਟਸ ਤਟਰਕਸ਼ਕ ਮੈਡਲ 2019 ਦੇ ਵਿੱਚ, ਡਾਇਰੈਕਟਰ ਜਨਰਲ ਕੋਸਟ ਗਾਰਡ ਕਮੈਂਡੇਸ਼ਨ 2022 ਦੇ ਵਿੱਚ, ਫਲੈਗ ਆਫੀਸਰ ਕਮਾਂਡਿੰਗ ਇਨ ਚੀਫ ਕਮੈਂਡੇਸ਼ਨ 2009 ਦੇ ਵਿੱਚ। ਅਬਾਊਟ ਇੰਡੀਅਨ ਕੋਸਟ ਗਾਰਡ, ਆਈਸੀਜੀ ਦੀਆਂ ਕੁਝ ਇਨਫੋਰਮੇਸ਼ਨਸ। ਤਾਂ ਇਟ ਵਾਸ ਐਸਟੈਬਲਿਸ਼ਡ ਬਾਈ ਦ ਕੋਸਟ ਗਾਰਡ ਐਕਟ 1978। ਇੰਡੀਅਨ ਕੋਸਟ ਗਾਰਡ ਦੀ ਐਸਟੈਬਲਿਸ਼ਮੈਂਟ ਕਦੋਂ ਹੋਈ? 1978 ਐਕਟ ਜਿਹੜਾ ਸੀਗਾ ਉਹਦੇ ਥਰੂ। ਐਂਡ ਫਰਵਰੀ 1 1977 ਦੇ ਵਿੱਚ ਇਹ ਜਿਹੜਾ ਐਸਟੈਬਲਿਸ਼ ਹੋਇਆ ਸੀ। ਇਹਦੇ ਡਾਇਰੈਕਟਰ ਜਨਰਲ ਕਰੰਟਲੀ ਕੌਣ ਹੈ? ਪਰਮੇਸ਼ ਸਿਵਾਮਨੀ। ਆਪਾਂ ਆਲਰੇਡੀ ਰੀਡ ਕਰ ਲਿਆ। ਇਹਦੇ ਹੈੱਡਕੁਆਰਟਰਸ ਕਿੱਥੇ ਹੈ? ਨਿਊ ਦਿੱਲੀ, ਦਿੱਲੀ ਦੇ ਵਿੱਚ। ਉਸ ਤੋਂ ਅਗਲਾ ਇੰਡੋਨੇਸ਼ੀਆ ਦੇ ਜਿਹੜੇ ਨਿਊ ਪ੍ਰੈਜ਼ੀਡੈਂਟ ਬਣੇ ਆ ਉਹਨਾਂ ਦੀ ਨੈਕਸਟ ਨਿਊਜ਼ ਹੈ। ਪ੍ਰਬਾਵੋ ਸੁਬਿਆਂਤੋ ਸਵੌਨ ਇਨ ਐਜ਼ ਦ 8th ਪ੍ਰੈਜ਼ੀਡੈਂਟ ਆਫ ਇੰਡੋਨੇਸ਼ੀਆ। ਇੰਡੋਨੇਸ਼ੀਆ ਦੇ 8ਵੇਂ ਰਾਸ਼ਟਰਪਤੀ ਵਜੋਂ ਇਹਨਾਂ ਨੇ ਸਹੁੰ ਚੁੱਕੀ ਹੈ। ਕੌਣ? ਪ੍ਰਬਾਵੋ ਸੁਬਿਆਂਤੋ। ਤਾਂ 20 ਅਕਤੂਬਰ 2024 ਨੂੰ ਇਹਨਾਂ ਨੇ ਸਹੁੰ ਚੁੱਕੀ ਹੈ ਐਜ਼ ਦ ਪ੍ਰੈਜ਼ੀਡੈਂਟ। ਫਾਰਮਰ ਜਨਰਲ ਪ੍ਰਬਾਵੋ ਸੁਬਿਆਂਤੋ ਜੋ ਆ ਇਹਨਾਂ ਦਾ ਪੂਰਾ ਨਾਮ ਹੈਗਾ। ਤਾਂ 73 ਇਅਰਸ ਇਹਨਾਂ ਦੀ ਏਜ ਹੈਗੀ ਹੈ। ਗ੍ਰੇਟ ਇੰਡੋਨੇਸ਼ੀਆ ਮੂਵਮੈਂਟ ਪਾਰਟੀ ਗਿਰਿੰਦਰ ਪਾਰਟੀ ਵਾਸ ਅਪਾਇੰਟਡ ਐਜ਼ ਦ 8th ਪ੍ਰੈਜ਼ੀਡੈਂਟ। ਤੇ ਇਹ ਪਹਿਲਾਂ ਤੋਂ ਆਪਣੇ ਫਾਰਮਰ ਜਨਰਲ ਰਹਿ ਚੁੱਕੇ ਹੈ ਉੱਥੋਂ ਦੇ ਇੰਡੋਨੇਸ਼ੀਆ ਦੇ। ਐਂਡ ਹੁਣ ਇਹਨਾਂ ਨੇ 8th ਪ੍ਰੈਜ਼ੀਡੈਂਟ ਵਜੋਂ ਸਹੁੰ ਚੁੱਕੀ ਹੈ। ਹੀ ਸਕਸੀਡਡ ਜੋਕੋ ਵਿਡੋਡੋ। ਇਹਦਾ ਮਤਲਬ ਹੈ ਇਹਨਾਂ ਤੋਂ ਪਹਿਲਾਂ ਪ੍ਰੈਜ਼ੀਡੈਂਟ ਕੌਣ ਸੀਗੇ? ਜੋਕੋ ਵਿਡੋਡੋ। ਦੈਨ ਜਿਬਰਾਨ ਰਕਾਬੁਮਿੰਗ son of Joko Widodo was appointed as the vice president of Indonesia। ਤਾਂ ਪੁਰਾਣੇ ਜਿਹੜੇ ਪ੍ਰੈਜ਼ੀਡੈਂਟ ਹੈ ਉਹਨਾਂ ਦਾ ਜਿਹੜਾ ਬੇਟਾ ਸੀ ਉਹ ਵਾਈਸ ਪ੍ਰੈਜ਼ੀਡੈਂਟ ਬਣਿਆ ਉੱਥੋਂ ਦਾ। ਪ੍ਰਬੋਵੋ ਸੁਬਿਆਂਤੋ ਸਰਵਡ ਐਜ਼ ਦ ਡਿਫੈਂਸ ਮਿਨਿਸਟਰ ਆਫ ਇੰਡੋਨੇਸ਼ੀਆ ਫਰੋਮ 2019 ਤੋਂ 2024। ਪਿਛਲੇ 5 ਸਾਲਾਂ ਦੇ ਵਿੱਚ ਇਹਨਾਂ ਨੇ ਐਜ਼ ਅ ਡਿਫੈਂਸ ਮਿਨਿਸਟਰ ਵਰਕ ਕੀਤਾ ਸੀ। ਹੁਣ ਉੱਥੇ ਕੌਣ ਗਿਆ ਸੀਗਾ? ਯੂਨੀਅਨ ਮਿਨਿਸਟਰ ਆਫ ਸਟੇਟ ਪਵਿੱਤਰ ਮਾਰਗਰੀਟਾ, Ministry of External Affairs, Government of India and leaders and officials from over 40 countries were present। ਤਾਂ ਆਪਣੇ ਇੰਡੀਆ ਦੇ ਵਿੱਚੋਂ ਪਵਿੱਤਰ ਮਾਰਗਰੀਟਾ ਤੇ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਜੋ ਕਿ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਦੇ ਹੀ ਮੰਤਰੀ ਹੈ ਉਹ ਗਏ ਹੋਏ ਸੀ। 2024 ਦੀ ਇਲੈਕਸ਼ਨ ਜਿਹੜੀ ਇੰਡੋਨੇਸ਼ੀਆ ਦੀ ਹੋਈ ਹੈ 2024 ਇਲੈਕਸ਼ਨਸ ਇਨ ਇੰਡੋਨੇਸ਼ੀਆ ਟੂ ਇਲੈਕਟ ਪ੍ਰੈਜ਼ੀਡੈਂਟ, ਵਾਈਸ ਪ੍ਰੈਜ਼ੀਡੈਂਟ ਐਂਡ ਪੀਪਲਸ ਕੰਸਲਟਿਵ ਵਾਸ ਹੈਲਡ ਔਨ 14 ਫਰਵਰੀ। ਇਲੈਕਸ਼ਨ ਹੋਈ ਸੀਗੀ 14 ਫਰਵਰੀ ਨੂੰ। ਇਲੈਕਸ਼ਨ ਦਾ ਰਿਜ਼ਲਟ ਲਗਭਗ 8 ਮਹੀਨੇ ਬਾਅਦ ਅਕਤੂਬਰ ਦੇ ਵਿੱਚ ਆਇਆ। ਦੈਨ ਉਸ ਤੋਂ ਅੱਗੇ Prabowo Subianto secured a decisive victory by winning around 59% of the total votes। The total ਇਹਨਾਂ ਨੂੰ 59% votes ਮਿਲੀ ਹੈ। ਦੈਨ ਉਸ ਤੋਂ ਇਲਾਵਾ ਇਹ ਜਿਹੜਾ ਪ੍ਰੈਜ਼ੀਡੈਂਟ ਬਣੇ ਹੈ ਇਹਨਾਂ ਬਾਰੇ ਕੁਝ ਹੋਰ ਪੁਆਇੰਟਸ। Prabowo Subianto is a retired general and has held various military positions including commander of the Army Strategic Reserve Command। ਤੇ ਆਲਰੇਡੀ ਉੱਥੋਂ ਦੀ ਆਰਮੀ ਦੇ ਕਮਾਂਡਰ ਰਹਿ ਚੁੱਕੇ ਹੈ। ਉਹਨਾਂ ਨੂੰ ਕਾਲਰ ਆਫ ਆਰਡਰ ਆਫ ਜ਼ਾਇਦ ਆਫ ਯੂਨਾਈਟਿਡ ਅਰਬ ਐਮੀਰੇਟਸ ਦਾ ਜਿਹੜਾ ਅਵਾਰਡ ਆ ਉਹ ਵੀ ਮਿਲਿਆ ਹੋਇਆ ਹੈ। ਐਂਡ ਡਿਸਟਿੰਗੁਇਸ਼ ਸਰਵਿਸ ਅਵਾਰਡ ਆਰਡਰ ਬਾਈ ਸਿੰਗਾਪੁਰ ਵੀ ਮਿਲਿਆ ਹੋਇਆ। ਦੈਨ ਉਸ ਤੋਂ ਅੱਗੇ ਨੈਕਸਟ ਜਿਹੜੀ ਨਿਊਜ਼ ਹੈ ਉਹ ਹੈਗੀ ਹੈ ਨੋਇਲ ਨਵਲ ਟਾਟਾ ਬਾਰੇ। ਜਿਵੇਂ ਕਿ ਤੁਹਾਨੂੰ ਪਤਾ ਹੋਊਗਾ ਕਿ ਰਤਨ ਟਾਟਾ ਜੀ ਦੀ ਡੈਥ ਹੋ ਗਈ 86 ਇਅਰਸ ਆਫ ਏਜ ਦੇ ਵਿੱਚ 9 ਅਕਤੂਬਰ 2024 ਦੇ ਵਿੱਚ। ਤਾਂ ਹੁਣ ਉਹਨਾਂ ਦੇ ਸਟੈਪ ਬ੍ਰਦਰ, ਹਾਫ ਬ੍ਰਦਰ ਜਿਹੜੇ ਹੈਗੇ ਨੋਇਲ ਨਵਲ ਟਾਟਾ, ਉਹਨਾਂ ਨੂੰ ਚੇਅਰਮੈਨ ਬਣਾਇਆ ਗਿਆ ਟਾਟਾ ਗਰੁੱਪ ਦਾ। ਤੇ ਹੀ ਵਿਲ ਸਕਸੀਡ ਰਤਨ ਟਾਟਾ ਜੋ ਕਿ 9 ਅਕਤੂਬਰ ਨੂੰ ਜਿਨ੍ਹਾਂ ਦੀ ਡੈਥ ਹੋ ਗਈ ਸੀ। ਨੋਇਲ ਨਵਲ ਟਾਟਾ ਇਜ਼ ਕਰੰਟਲੀ ਦ ਚੇਅਰਮੈਨ ਆਫ ਟ੍ਰੈਂਟ ਲਿਮਿਟਿਡ, Tata International Limited, Voltas Limited and Tata Investment Corporation। He is also the vice chairman of Tata Steel and Titan Company। तो ਜਿਵੇਂ ਤੁਹਾਨੂੰ ਪਤਾ ਹੋਊਗਾ ਕਿ ਟਾਟਾ ਸਟੀਲ ਦੀਆਂ ਟਾਟਾ ਗਰੁੱਪ ਦੀਆਂ ਬਹੁਤ ਸਾਰੀਆਂ ਕੰਪਨੀਆਂ ਹੈ। ਤਾਂ ਨੋਇਲ ਨਵਲ ਟਾਟਾ ਫਿਲਹਾਲ ਟ੍ਰੈਂਟ ਲਿਮਿਟਿਡ, ਟਾਟਾ ਇੰਟਰਨੈਸ਼ਨਲ, ਵੋਲਟਾਸ, ਟਾਟਾ ਇਨਵੈਸਟਮੈਂਟ ਕਾਰਪੋਰੇਸ਼ਨ ਦੇ ਚੇਅਰਮੈਨ ਆਲਰੇਡੀ ਐਂਡ ਟਾਟਾ ਸਟੀਲ ਤੇ ਟਾਟਾ ਕੰਪਨੀ ਦੇ ਵਾਈਸ ਚੇਅਰਮੈਨ ਸੀ।
The Tata Trust has a stake of 66% in Tata Sons, while 12% is owned by several Tata Group companies and 18% by Shapoorji Pallonji family. ਤਾਂ ਲਗਭਗ 66% ਜਿਹੜਾ ਹਿੱਸਾ ਹੈ ਉਹ ਟਾਟਾ ਸੰਸ ਕੋਲੇ ਹੈ, 13% ਦੇ ਨੇੜੇ ਹਿੱਸਾ ਬਾਕੀ ਟਾਟਾ ਕੰਪਨੀਆਂ ਕੋਲੇ ਹੈ ਤੇ 18% ਜਿਹੜਾ ਇਹਨਾਂ ਦੀ ਫੈਮਿਲੀ ਕੋਲੇ ਹੈ। ਅਬਾਊਟ ਨੋਇਲ ਨਵਲ ਟਾਟਾ, ਹੁਣ ਇਹ ਕੌਣ ਹੈ? Noel Nawal Tata started his career at Tata International and later became managing director of Trent in 1999. He has been involved in various companies. Tata Group ਦੀਆਂ ਬਹੁਤ ਸਾਰੀਆਂ ਕੰਪਨੀਆਂ ਦੇ ਵਿੱਚ ਇਹਨਾਂ ਨੇ already work ਕੀਤਾ ਹੈ। As the chairman of Trent Limited since 2014, he has expanded its operation and Westside ਤੇ Zudio ਵਰਗੇ ਬ੍ਰਾਂਡ ਵੀ Trent ਦੇ ਹੀ ਅੰਡਰ ਆਉਂਦੇ ਹੈ। ਉਸ ਤੋਂ ਅੱਗੇ he holds position on several boards including Voltas and Titan Company. The Voltas Titan Company ਇਹ ਵੀ ਇਹਨਾਂ ਦਾ ਹੀ ਪਾਰਟ ਹੈ ਟਾਟਾ ਗਰੁੱਪ ਦਾ। ਨੈਕਸਟ ਜਿਹੜਾ ਕਰੰਟ ਅਫੇਅਰ ਆਉਂਦਾ ਪਿਆ ਉਹ ਹੈ ਬੈਂਕ ਆਫ ਬੜੌਦਾ ਦਾ ਕਾਰਡ। BOB ਕਾਰਡ ਹੈਜ਼ ਨੇਮਡ ਕ੍ਰਿਕਟਰ ਸ਼੍ਰਿਯੰਕਾ ਪਾਟਿਲ ਐਜ਼ ਬ੍ਰਾਂਡ ਐਂਬੈਸਡਰ। ਅਕਸਰ ਇਹ ਕੁਐਸਚਨ SSC ਵਗੈਰਾ ਦੇ ਵਿੱਚ ਆਉਂਦੇ ਹੈ ਕਿ ਕੌਣ ਕਿਹਦਾ ਬ੍ਰਾਂਡ ਐਂਬੈਸਡਰ ਬਣਦਾ ਪਿਆ, ਤਾਂ ਸ਼੍ਰਿਯੰਕਾ ਪਾਟਿਲ ਬੈਂਕ ਆਫ ਬੜੌਦਾ ਦੇ ਬੌਬ ਕਾਰਡ ਦੀ ਨਿਊ ब्रांड एंबेसडर बनती पई है। उस तो अगे नेक्स्ट नासा स्पेसक्राफ्ट यूरोपा क्लिपर ब्लास्ट ऑफ टू फाइंड जुपिटर्स मून कैन सपोर्ट लाइफ। तो नासा दा स्पेसक्राफ्ट जिहदा नाम यूरोपा क्लिपर है वो निकल चुके हैं ये पता करने लिए कि क्या जुपिटर दे मून ते लाइफ है या नहीं। तो 14 अक्टूबर 2004 ਨੂੰ नासा नेशनल एरोनॉटिक्स एंड स्पेस एडमिनिस्ट्रेशन ने अपना यूरोपा क्लिपर नाम ਦਾ स्पेसक्राफ्ट रिलीज ਕੀਤਾ जो कि ਜੁਪੀਟਰ ਤੇ ਉਹਦੇ ਮੂਨ ਯੂਰੋਪਾ ਤੇ ਰਿਸਰਚ ਕਰਨ ਜਾਊਗਾ। ਐਂਡ ਇਹ ਜਿਹੜਾ ਜੁਪੀਟਰ ਦੇ 95 ਨੋਨ ਮੂਨਸ ਦੇ ਵਿੱਚੋਂ ਇੱਕ ਹੈ। ਉਸ ਤੋਂ ਅੱਗੇ this marks NASA's first mission dedicated to studying ocean world beyond Earth। ਤਾਂ ਇਹ ਜਿਹੜਾ ਪਹਿਲਾ ਉਹਨਾਂ ਦਾ ਨਾਸਾ ਦਾ ਮਿਸ਼ਨ ਹੈ ਜਿਹਦੇ ਵਿੱਚ ਉਹ ਲਾਈਫ ਬਾਰੇ ਜਾਂ ਓਸ਼ਨ ਵਰਲਡ ਬਾਰੇ ਅਰਥ ਤੋਂ ਪਰੇ ਵੀ ਲੱਭਣ ਦੀ ਕੋਸ਼ਿਸ਼ ਕਰਦੇ ਪਏ। ਹੁਣ ਨਾਸਾ ਬਾਰੇ ਕੁਝ ਇਨਫੋਰਮੇਸ਼ਨ, ਇਹਦੇ ਐਡਮਿਨਿਸਟ੍ਰੇਟਰ ਕੌਣ ਹੈ? ਬਿਲ ਨੈਲਸਨ। ਹੈਡਕੁਆਰਟਰਸ ਵਾਸ਼ਿੰਗਟਨ DC ਯੂਨਾਈਟਿਡ ਸਟੇਟਸ ਆਫ ਅਮਰੀਕਾ ਦੇ ਵਿੱਚ ਹੈ ਐਂਡ 1958 ਦੇ ਵਿੱਚ ਇਹਦੀ ਐਸਟੈਬਲਿਸ਼ਮੈਂਟ ਹੋਈ ਸੀ। ਉਸ ਤੋਂ ਅੱਗੇ ISSF ਵਰਲਡ ਕੱਪ ਫਾਈਨਲ ਹੈਲਡ ਇਨ ਨਿਊ ਦਿੱਲੀ, ਇੰਡੀਆ ਫਿਨਿਸ਼ਡ 9th with 4 medals। ਤਾਂ ਇੰਟਰਨੈਸ਼ਨਲ ਸ਼ੂਟਿੰਗ ਸਪੋਰਟ ਫੈਡਰੇਸ਼ਨ ਦਾ ਜਿਹੜਾ ਫਾਈਨਲ ਵਰਲਡ ਕੱਪ ਸੀਗਾ ਉਹ ਇੰਡੀਆ ਦੇ ਨਿਊ ਦਿੱਲੀ ਏਰੀਆ ਦੇ ਵਿੱਚ ਹੋਇਆ ਐਂਡ ਉੱਥੇ ਪਿਸਟਲ ਸ਼ਾਟਗਨ ਐਂਡ ਰਾਈਫਲ ਕੰਪੀਟੀਸ਼ਨਸ ਜਿਹੜੇ ਹੋਏ ਸੀ ਉਹਨਾਂ ਦੇ ਵਿੱਚੋਂ ਇੰਡੀਆ ਨੇ 4 ਮੈਡਲ ਜਿੱਤੇ ਹੈ। ਉਹਨਾਂ ਦੇ ਵਿੱਚ 2 ਬ੍ਰੌਂਜ਼ ਐਂਡ 2 ਸਿਲਵਰ ਮੈਡਲਸ ਆਉਂਦੇ ਪਏ। ਚਾਈਨਾ ਟੌਪ ਦਾ ਮੈਡਲ ਟੈਲੀ, ਟੋਟਲ ਉਹਨਾਂ ਦੇ 8 ਮੈਡਲਸ ਹੈ, ਉਹਦੇ ਵਿੱਚੋਂ 5 골ਡ ਤੇ 3 ਬ੍ਰੌਂਜ਼ ਮੈਡਲਸ ਹੈ। ਐਂਡ ਇਟਲੀ ਦੇ 5 ਮੈਡਲਸ ਹੈ ਜਿਨ੍ਹਾਂ ਦੇ ਵਿੱਚੋਂ 1 골ਡ 3 ਸਿਲਵਰ ਤੇ 1 ਬ੍ਰੌਂਜ਼ ਹੈ। ਐਂਡ ਜਰਮਨੀ 3rd ਨੰਬਰ ਤੇ ਹੈ ਵਿਦ 3 ਮੈਡਲਸ। ਸਭ ਤੋਂ ਪਹਿਲੇ ਨੰਬਰ ਤੇ ਚਾਈਨਾ, ਦੂਸਰੇ ਤੇ ਇਟਲੀ ਐਂਡ ਤੀਸਰੇ ਤੇ ਜਰਮਨੀ। IISF ਵਰਲਡ ਕੱਪ ਰਾਈਫਲ ਪਿਸਟਲ ਸ਼ਾਟਗਨ ਵਾਸ ਹੈਲਡ ਫਰੋਮ 13 ਅਕਤੂਬਰ ਤੋਂ 18 ਅਕਤੂਬਰ in Dr. Karni Singh Range in New Delhi. India's Sonam Maskar secured silver medal, important है, in women's 10-meter air rifle। इदा डायरेक्ट ही क्वेश्चन पूछते हैं 10-meter air rifle ਦੇ ਵਿੱਚ ਕਿਨੇ ਕਿਹੜਾ ਮੈਡਲ ਜਿੱਤਿਆ। ਦੈਨ ਉਸ ਤੋਂ ਅੱਗੇ ਵਿਵਾਨ ਕਪੂਰ ਨੂੰ ਵੀ ਸਿਲਵਰ ਮੈਡਲ ਮਿਲਿਆ ਸ਼ਾਟਗਨ ਇਵੈਂਟ ਦੇ ਵਿੱਚ। ਅਖਿਲ ਸ਼ੋਰਨ ਬ੍ਰੌਂਜ਼ ਮੈਡਲ 50-meter ਰਾਈਫਲ ਦੇ ਵਿੱਚ ਐਂਡ ਅਨੰਤਜੀਤ ਸਿੰਘ ਨਰੂਕਾ ਬ੍ਰੌਂਜ਼ ਮੈਡਲ ਇਨ ਮੈਨਸ ਸਕੀਟ ਇਵੈਂਟ with a total of 43 points। and ਉਸ ਤੋਂ ਬਾਅਦ ISSF ਬਾਰੇ ਕੁਝ important information is a world governing body of shooting events at the Olympic Games। Olympic Games ਦੇ ਵਿੱਚ shooting event ਦੀ ਜਿੰਨੀ ਵੀ governing checking ਹੁੰਦੀ ਹੈ ਉਹ ISSF ਕੰਡਕਟ ਕਰਦਾ ਹੈ। ਇਹਨਾਂ ਦੇ ਕਰੰਟ ਪ੍ਰੈਜ਼ੀਡੈਂਟ ਕੌਣ ਹੈ? ਲੂਸੀਆਨੋ ਰੋਸੀ। ਐਂਡ ਇਹਦਾ ਫਾਊਂਡਡ ਕਦੋਂ, ਮਤਲਬ ਇਹਦੀ ਐਸਟੈਬਲਿਸ਼ਮੈਂਟ ਕਦੋਂ ਹੋਈ? ਸਾਲ 1907 ਦੇ ਵਿੱਚ। ਇਹਦੇ ਹੈਡਕੁਆਰਟਰਸ ਮਿਊਨਿਕ ਜਰਮਨੀ ਦੇ ਵਿੱਚ। ਉਸ ਤੋਂ ਅਗਲਾ ਟੌਪਿਕ, ਫਾਰਮਰ ਫਰਸਟ ਸਕਾਟਿਸ਼ ਮਿਨਿਸਟਰ ਐਲੈਕਸ ਸੈਲਮਨ ਡਾਈਡ ਐਟ ਦ ਏਜ ਆਫ 69। ਤਾਂ ਇਹ ਕਿਉਂਕਿ ਇੰਪੋਰਟੈਂਟ ਇੰਨਾ ਨਹੀਂ ਹੈਗਾ ਤੇ ਇਹਨੂੰ ਆਪਾਂ ਜ਼ਿਆਦਾ ਡਿਟੇਲ ਦੇ ਵਿੱਚ ਨਹੀਂ ਪੜਾਂਗੇ, ਬਸ ਮੇਨ ਇਹਦੇ ਪੁਆਇੰਟਸ ਜਿਹੜੇ ਆਪਾਂ ਕਵਰ ਕਰ ਲੈਣੇ ਆ ਕਿ ਸਕਾਟਲੈਂਡ ਦੇ ਮੰਤਰੀ ਐਲੈਕਸ ਸੈਲਮਨ ਦੀ ਜਿਹੜੀ 69 ਇਅਰਸ ਆਫ ਏਜ ਦੇ ਵਿੱਚ ਡੈਥ ਹੋ ਗਈ 12 ਅਕਤੂਬਰ 2024 ਨੂੰ। ਉਹ ਸਕਾਟਿਸ਼ ਨੈਸ਼ਨਲ ਪਾਰਟੀ SNP ਦੇ ਇੱਕ ਮੰਨੇ ਪਰਮੰਨੇ ਲੀਡਰ ਸੀਗੇ।
69 ਇਅਰਸ ਦੀ ਉਹਨਾਂ ਦੀ ਏਜ ਸੀਗੀ। ਉਹਨਾਂ ਦਾ ਜਨਮ 31 ਦਸੰਬਰ 1953 ਨੂੰ ਲਿਨਲਿਥਗੋ ਸਕਾਟਲੈਂਡ ਦੇ ਵਿੱਚ ਹੋਇਆ ਸੀ। ਉਹਨਾਂ ਨੇ ਐਜ਼ ਐਨ ਇਕਨੋਮਿਸਟ ਵਰਕ ਕੀਤਾ ਸੀ ਰਾਇਲ ਬੈਂਕ ਆਫ ਸਕਾਟਲੈਂਡ ਦੇ ਵਿੱਚ। ਉਸ ਤੋਂ ਇਲਾਵਾ ਐਮਪੀ ਰਹਿ ਚੁੱਕੇ ਆ ਇਨ ਦਾ ਹਾਊਸ ਆਫ ਕਾਮਨਸ ਦੇ ਵਿੱਚ ਐਂਡ ਪਾਰਲੀਮੈਂਟ ਦਾ ਹਿੱਸਾ ਵੀ ਉਹ ਰਹਿ ਚੁੱਕੇ। ਇਸ ਤੋਂ ਜ਼ਿਆਦਾ ਜੇ ਤੁਸੀਂ ਇਹਨੂੰ ਡਿਟੇਲ ਦੇ ਵਿੱਚ ਪੜ੍ਹਨਾ ਚਾਹੁੰਦੇ ਹੋ ਤਾਂ ਤੁਸੀਂ ਲਿੰਕ ਤੁਹਾਨੂੰ ਪ੍ਰੋਵਾਈਡ ਕਰ ਦਿੱਤਾ ਜਾਊਗਾ, ਉੱਥੋਂ ਤੁਸੀਂ ਡੇਲੀ ਆਪਣੇ ਜਿਹੜੇ ਕਰੰਟ ਅਫੇਅਰਸ ਹੈ ਉਹ ਰੀਡ ਕਰ ਸਕਦੇ ਹੋ। ਉਸ ਤੋਂ ਅਗਲੇ ਜਿਹੜੇ ਟੌਪਿਕ ਹੈ ਉਹ ਇਵੈਂਟਸ ਤੇ ਆਉਂਦੇ ਪਏ। ਇੰਟਰਨੈਸ਼ਨਲ ਡੇ ਫॉर ਡਿਜ਼ਾਸਟਰ ਰਿਸਕ ਰਿਡਕਸ਼ਨ 2024 ਅਕਤੂਬਰ 13 ਨੂੰ ਮਨਾਇਆ ਗਿਆ। ਇੰਟਰਨੈਸ਼ਨਲ ਡੇ ਫॉर ਡਿਜ਼ਾਸਟਰ ਰਿਸਕ ਰਿਡਕਸ਼ਨ ਯੂਨਾਈਟਿਡ ਨੇਸ਼ਨਸ ਨੇ ਯੂਨਾਈਟਿਡ ਨੇਸ਼ਨਸ ਇੰਟਰਨੈਸ਼ਨਲ ਡੇ ਫॉर ਡਿਜ਼ਾਸਟਰ ਰਿਡਕਸ਼ਨ 13 ਅਕਤੂਬਰ ਨੂੰ ਮਨਾਇਆ ਗਿਆ। ਇਹਦੇ ਵਿੱਚ ਰਿਸਕ ਅਵੇਅਰਨੈਸ ਐਂਡ ਡਿਜ਼ਾਸਟਰ ਰਿਡਕਸ਼ਨ ਨੂੰ ਮਤਲਬ ਡਿਜ਼ਾਸਟਰਸ ਵਗੈਰਾ ਨੂੰ ਘਟਾਉਣ ਤੇ ਅਲੱਗ-ਅਲੱਗ ਸਟੈਪਸ ਬਾਰੇ ਗੱਲ ਕੀਤੀ ਹੋਊਗੀ। ਉਸ ਤੋਂ ਅੱਗੇ IDRR also encourages implementation of frameworks such as Sendai framework for disaster risk reduction। ਇਹਦਾ ਇਸ ਵਾਰ ਦਾ ਥੀਮ ਕੀ ਸੀ? empowering the next generation for a resilient future। ਅਗਲੀ ਜਨਰੇਸ਼ਨ ਨੂੰ ਤਿਆਰ ਕਰਨਾ resilient future ਦੇ ਲਈ। 2009 ਦੇ ਵਿੱਚ UNGA ਨੇ ਅਡਾਪਟ ਕੀਤਾ ਸੀ ਰੈਜ਼ੋਲੂਸ਼ਨ A ਐਂਡ 13 ਅਕਤੂਬਰ ਨੂੰ ਇੰਟਰਨੈਸ਼ਨਲ ਡੇ ਫॉर ਡਿਜ਼ਾਸਟਰ ਰਿਸਕ ਰਿਡਕਸ਼ਨ ਰੱਖ ਦਿੱਤਾ ਗਿਆ ਸੀ। ਉਸ ਤੋਂ ਇਲਾਵਾ ਯੂਨਾਈਟਿਡ ਨੇਸ਼ਨ ਦਾ ਜਿਹੜਾ ਆਫਿਸ ਹੈ ਡਿਜ਼ਾਸਟਰ ਰਿਸਕ ਰਿਡਕਸ਼ਨ ਦੇ ਲਈ, ਉਹਦੇ ਬਾਰੇ ਕੁਝ ਮੇਨ ਪੁਆਇੰਟਸ। ਇਹਨਾਂ ਦੇ ਹੈੱਡ ਕੌਣ ਹੈ? ਕਮਲ ਕਿਸ਼ੋਰ ਐਂਡ ਇਹਦੇ ਹੈੱਡਕੁਆਰਟਰਸ ਕਿੱਥੇ ਹੈ? ਜਨੇਵਾ ਸਵਿਟਜ਼ਰਲੈਂਡ ਦੇ ਵਿੱਚ। ਇਹ ਵੈਸੇ ਵੀ ਇੱਕ ਇੰਪੋਰਟੈਂਟ ਟੌਪਿਕ ਹੈ। UN ਦੇ ਹੈੱਡਕੁਆਰਟਰਸ ਕਿੱਥੇ ਹੈ? ਜਨੇਵਾ ਸਵਿਟਜ਼ਰਲੈਂਡ ਦੇ ਵਿੱਚ। ਐਂਡ ਇਹਦੀ ਐਸਟੈਬਲਿਸ਼ਮੈਂਟ ਕਦੋਂ ਹੋਈ? 1999 ਦੇ ਵਿੱਚ। ਉਸ ਤੋਂ ਬਾਅਦ ਨੈਕਸਟ ਆ ਗਿਆ ਇੰਟਰਨੈਸ਼ਨਲ ਡੇ ਆਫ ਰੂਰਲ ਵੂਮਨ 2024। ਪਿੰਡਾਂ ਦੇ ਵਿੱਚ ਰਹਿਣ ਵਾਲੀਆਂ ਵੂਮਨ ਦੀ ਉਪਲਬਧੀਆਂ ਨੂੰ ਸੈਲੀਬ੍ਰੇਟ ਕਰਨ ਦੇ ਲਈ, ਉਹਨਾਂ ਦੇ ਕੰਟਰੀਬਿਊਸ਼ਨ ਨੂੰ ਸੈਲੀਬ੍ਰੇਟ ਕਰਨ ਦੇ ਲਈ ਇੰਟਰਨੈਸ਼ਨਲ ਡੇ ਆਫ ਰੂਰਲ ਵੂਮਨ 2024 ਅਕਤੂਬਰ 15 ਨੂੰ ਮਨਾਇਆ ਗਿਆ। ਤਾਂ ਇਹ ਦੋ ਡੇਟਸ ਯਾਦ ਰੱਖਣੀਆਂ। ਜਿਹੜਾ ਡਿਜ਼ਾਸਟਰ ਮੈਨੇਜਮੈਂਟ ਵਾਲਾ ਸੀ 13 ਅਕਤੂਬਰ ਨੂੰ ਐਂਡ ਜਿਹੜਾ ਵੂਮਨ ਇੰਟਰਨੈਸ਼ਨਲ ਡੇ ਹੈ ਰੂਰਲ ਵੂਮਨ ਦਾ ਉਹ 15 ਅਕਤੂਬਰ ਨੂੰ। ਇਸ ਸਾਲ ਦਾ ਰੂਰਲ ਵੂਮਨ ਡੇ ਜਿਹੜਾ ਉਹਦਾ ਥੀਮ ਸੀਗਾ ਰੂਰਲ ਵੂਮਨ ਕਲਟੀਵੇਟਿੰਗ ਗੁੱਡ ਫੂਡ ਫॉर ਆਲ। ਕਿ ਰੂਰਲ ਵੂਮਨ ਜਿਹੜੀਆਂ ਉਹ ਅੱਛਾ ਖਾਣਾ ਕਲਟੀਵੇਟ ਕਰਦੀਆਂ, ਉਗਾਉਂਦੀਆਂ ਸਾਰਿਆਂ ਦੇ ਲਈ। ਤਾਂ ਇਹ ਆ ਗਏ ਜੀ ਆਪਣੇ 23 ਅਕਤੂਬਰ ਤੱਕ ਦੇ ਕਰੰਟ ਅਫੇਅਰਸ। ਇਹਨਾਂ ਦੇ ਵਿੱਚੋਂ ਵੀਡੀਓ ਨੂੰ ਤੁਸੀਂ ਫਾਸਟ ਸਪੀਡ ਦੇ ਕਰਕੇ ਵੀ ਦੇਖ ਸਕਦੇ ਹੋ ਤਾਂ ਕਿ ਜਿਹੜੇ ਮੇਨ ਟੌਪਿਕਸ ਆ ਉਹ ਤੁਹਾਡੇ ਕਵਰ ਹੋ ਜਾਣ। ਉਸ ਤੋਂ ਇਲਾਵਾ ਜੇ ਤੁਸੀਂ ਇੰਗਲਿਸ਼ ਨੂੰ ਈਜ਼ੀਲੀ ਅੰਡਰਸਟੈਂਡ ਕਰਦੇ ਹੋ ਤਾਂ ਮੈਂ ਤੁਹਾਨੂੰ ਸੁਜੈਸਟ ਕਰੂੰਗਾ ਕਿ ਤੁਸੀਂ ਟਾਈਮ ਟੂ ਟਾਈਮ ਜਿਹੜੇ ਡੇਲੀ ਕਰੰਟ ਅਫੇਅਰਸ ਆ ਉਹ ਕਵਰ ਕਰੋ। ਇਹ ਬਹੁਤ ਇੰਪੋਰਟੈਂਟ ਇਹਦੇ ਵਿੱਚੋਂ ਇਨਫੋਰਮੇਸ਼ਨ ਹੈ ਜੋ ਕਿ ਆਪਣੇ ਐਗਜ਼ਾਮਸ ਦੇ ਵਿੱਚ ਪੁੱਛੀ ਜਾ ਸਕਦੀ ਹੈ। ਡੇਲੀ ਕਰੰਟ ਅਫੇਅਰਸ ਦੇ ਵੀਡੀਓਜ਼ ਨੂੰ ਦੇਖਣ ਦੇ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਐਂਡ ਉਸ ਤੋਂ ਇਲਾਵਾ ਜੇ ਤੁਸੀਂ ਕਿਸੇ ਵੀ ਸਰਕਾਰੀ ਪੇਪਰ ਦੀ ਤਿਆਰੀ ਕਰਦੇ ਪਏ ਹੋ ਐਂਡ ਤੁਸੀਂ ਮੈਥਸ ਜਾਂ ਰੀਜ਼ਨਿੰਗ ਜਾਂ ਇੰਗਲਿਸ਼ ਦੇ ਨਾਲ ਜੁੜੀਆਂ ਕਲਾਸਿਸ ਅਟੈਂਡ ਕਰਨਾ ਚਾਹੁੰਦੇ ਹੋ ਤਾਂ ਸਾਨੂੰ ਫੋਲੋ ਕਰੋ। ਤੁਸੀਂ ਡਾਇਰੈਕਟਲੀ ਸਾਨੂੰ ਕੰਟੈਕਟ ਵੀ ਕਰ ਸਕਦੇ ਹੋ। ਸਾਰੀ ਜਿਹੜੀ ਕੰਟੈਕਟ ਡਿਟੇਲ ਹੈ ਉਹ ਨੀਚੇ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਮਿਲ ਜੂਗੀ। ਕੱਲ ਤੁਹਾਨੂੰ ਨਿਊ ਕਰੰਟ ਅਫੇਅਰਸ ਜਿਹੜੇ ਉਹਨਾਂ ਦੀ ਵੀਡੀਓ ਮਿਲੂਗੀ। ਉਦੋਂ ਤੱਕ ਲਈ ਇਸ ਵੀਡੀਓ ਨੂੰ ਪ੍ਰੋਪਰਲੀ ਕਵਰ ਕਰੋ, ਇਹਦੇ ਵਿੱਚ ਦਿੱਤੇ ਹੋਏ ਟੌਪਿਕਸ ਨੂੰ ਕਵਰ ਕਰੋ। ਵੈਬਸਾਈਟ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਹੀ ਮਿਲ ਜੂਗਾ, ਉੱਥੇ ਜਾ ਕੇ ਤੁਸੀਂ ਡੇਲੀ ਕਰੰਟ ਅਫੇਅਰਸ ਰੀਡ ਕਰ ਸਕਦੇ ਹੋ। ਥੈਂਕ ਯੂ।